ਰਿਟਾਇਰ ਹੋਣਾ ਸੀਗਾ ਜਿਸ ਦਿਨ ਡੇ ਹੀ ਵਾਸ ਸਪੋਜ਼ਡ ਟੂ ਬੀ ਰਿਟਾਇਰਡ, ਉਸ ਦਿਨ ਇਹਨਾਂ ਨੂੰ ਡਿਸਮਿਸ ਕਰ ਦਿੱਤਾ ਗਿਆ। ਤੇ ਡਿਸਮਿਸ ਕਿਉਂ ਕੀਤਾ ਗਿਆ? ਇੱਕ ਮੰਤਰੀ ਦੇ ਨਾਲ ਗੱਲਬਾਤ ਹੋਈ, ਮੰਤਰੀ ਨੇ ਇਹਨੂੰ ਡਰਾਇਆ ਧਮਕਾਇਆ ਕਿ ਤੂੰ ਇੱਥੋਂ ਮੇਰੇ ਹਿਸਾਬ ਨਾਲ ਚੱਲ, ਤੂੰ ਲੈਂਡ ਮਾਫੀਆ, ਸੈਂਡ ਮਾਫੀਆ, ਡਰੱਗ ਮਾਫੀਆ, ਇਹਦੇ ਸਾਰੇ ਬੇਬਾਕੀ ਨਾਲ ਹਾਈਲਾਈਟ ਕਰਦੇ ਰਹੇ ਕਿ ਕਿੱਦਾਂ ਸਾਡਾ ਯੂਥ ਬਾਹਰ ਜਾ ਰਿਹਾ, ਕਿੱਦਾਂ ਸਾਡਾ ਯੂਥ ਸਫਰ ਕਰ ਰਿਹਾ। ਪਿਛਲੇ ਸਮੇਂ ਦੇ ਵਿੱਚ ਸਿੱਟ ਕਾਇਮ ਕੀਤੀ ਸੀਗੀ, ਉਹਦੀ ਰਿਪੋਰਟਸ ਬਣੀ, ਇੱਕ ਨਹੀਂ ਬਣੀ, ਕਈ ਰਿਪੋਰਟਾਂ ਬਣੀਆਂ, ਬਣ ਕੇ ਉਹ ਲਿਫਾਫਿਆਂ 'ਚ ਬੰਦ ਹੋ ਕੇ ਹਾਈ ਕੋਰਟ ਚਲੀ ਗਈਆਂ। ਹਾਲਾਤ ਇੰਨੇ ਕਿ ਨਾਜ਼ੁਕ ਹੈ ਜੀ, ਤੁਸੀਂ ਹਰ ਦੂਜਾ ਬੰਦੇ ਨੂੰ ਪੁੱਛ ਕੇ ਦੇਖੋ ਕਿ ਜੀ ਕਰਪਸ਼ਨ ਕਿੰਨੀ ਹੈ, ਕਹਿੰਦੇ ਜੀ ਸਿਖਰ ਤੇ ਹੈ। ਖੇਤ ਦੇ ਮਜ਼ਦੂਰ ਨੂੰ, ਖੇਤ ਦੇ ਕਿਸਾਨ ਨੂੰ, ਇੱਕ ਡਰਾਈਵਰ ਨੂੰ, ਇੱਕ EMPLOYE ਨੂੰ ਪੁੱਛ ਕੇ ਦੇਖੋ ਜੀ ਕਿ ਤੁਸੀਂ ਕਿੱਦਾਂ ਦੇਖਦੇ ਹੋ ਅੱਜ ਦਾ ਟਾਈਮ, ਬਦਲਾਅ ਆਏ, ਸਰਕਾਰਾਂ ਬਦਲੀਆਂ, ਇੱਕ ਤੋਂ ਬਾਅਦ ਦੂਜੀ ਤੋਂ ਬਾਅਦ ਤੀਜੀ ਪਾਰਟੀ ਆਈ, ਤੇ ਕੀ ਦੇਖਦੇ ਹੋ? ਕਹਿੰਦੇ ਸਿਖਰ ਤੇ ਹੈ ਜੀ। ਸਿਖਰ ਦਾ ਮਤਲਬ ਕੀ ਹੈਗਾ? ਅਰੈਸਟ ਕਰਨ ਦਾ ਮਤਲਬ ਹੈ ਉਹਨਾਂ ਦੀ ਆਵਾਜ਼ ਨੂੰ, ਉਹਨਾਂ ਦੇ ਬੇਬਾਕੀ ਨੂੰ ਦਬਾਇਆ ਗਿਆ ਤਾਂ ਕਿ ਪੰਜਾਬ ਦੇ ਵਿੱਚ ਕੋਈ ਹੋਰ ਲੋਕ ਨਾ ਬੋਲ ਸਕਣ। ਸਵਾਲ ਪੰਜਾਬ ਦਾ ਨਹੀਂ, ਇਕੱਲਾ ਹਰਿਆਣਾ ਵੀ ਹੈਗਾ, ਨਾਲ ਸਾਡੀ ਜਿਹੜੀ ਐਡਜੋਇਨਿੰਗ ਸਟੇਟਸ ਹੈਗੀ ਉਹਨਾਂ ਦਾ ਵੀ ਮਸਲਾ ਇਹੀ ਹੈਗਾ। ਉੱਥੇ ਵੀ ਨਸ਼ਾ ਵਿਕ ਰਿਹਾ ਖੁੱਲ੍ਹਾ, ਪਰ ਉੱਥੇ ਨੈਰੇਟਿਵ ਉੱਦਾਂ ਸੈੱਟ ਨਹੀਂ ਕੀਤਾ ਗਿਆ ਕਿ ਪੰਜਾਬੀ ਜਰਨਲੀ ਐਕਸੈਪਟ ਨਹੀਂ ਕਰਦੇ ਸੀ। ਦੂਜਾ, ਪੰਜਾਬ ਇੱਕ ਬਾਰਡਰ ਸਟੇਟ ਹੈਗੀ ਹੈ, ਬਾਰਡਰ ਤੋਂ ਇਹ ਆਂਦਾ ਹੈ ਸਾਰਾ ਨਸ਼ਾ। ਬਾਰਡਰ ਆਪਣੇ ਸਾਡੇ ਪੰਜਾਬ ਸਟੇਟ ਦੇ ਕੰਟਰੋਲ 'ਚ ਨਹੀਂ ਹੈਗਾ, ਉੱਥੇ ਸੈਂਟਰਲ ਕੰਟਰੋਲ ਹੈਗਾ। ਔਰ ਉਹ ਇਕੱਲਾ ਨਹੀਂ, ਹੁਣ ਪੰਜਾਬ ਦੀ ਆਵਾਜ਼ ਬਣ ਚੁੱਕੇ ਹੈ ਜੀ, ਬਹੁਤ ਵੱਡੇ ਲੈਵਲ 'ਤੇ ਉਹ ਪੰਜਾਬ ਦੀ ਆਵਾਜ਼ ਬਣ ਚੁੱਕੇ ਹੈ। ਉਹ ਹੁਣ DSP ਸੇਖੋਂ ਨਹੀਂ ਹੈ ਜੀ, ਉਹ ਪੰਜਾਬ ਦੇ ਵਾਰਸ ਬਣ ਕੇ ਨਿਖਰਨਗੇ। ਸਲਾਮ, ਨਮਸਤੇ, ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਜਿੰਦੀ ਵਰਜਣੀ ਤੇ ਤੁਸੀਂ ਦੇਖ ਰਹੇ ਹੋ ਪਬਲਿਕ ਗਾਰਡੀਅਨ ਤੇ ਲੈ ਕੇ ਹਾਜ਼ਰ ਹੋ ਗਈ ਹਾਂ ਮੁੱਦੇ ਪੰਜਾਬ ਦੇ ਸ਼ੋਅ। ਤੇ ਆਪਾਂ ਸਭ ਨੂੰ ਪਤਾ ਹੈ ਕਿ ਦੋਸਤੋ ਮੁੱਦੇ ਪੰਜਾਬ ਦੇ ਸ਼ੋਅ ਦੇ ਵਿੱਚ ਆਪਾਂ ਗੱਲਾਂ ਬਾਤਾਂ ਕਰੀਦੀਆਂ ਆ ਮੁੱਦਿਆਂ ਦੇ ਉੱਤੇ ਜੋ ਪੰਜਾਬ ਦੇ ਮੁੱਦੇ ਆ। ਤੇ ਅੱਜ ਆਪਾਂ ਜਿਸ ਮੁੱਦੇ ਉੱਤੇ ਗੱਲ ਕਰਨਾ ਚਾਹੁੰਦੇ ਆ, ਡਿਸਕਸ ਕਰਾਂਗੇ ਤੁਹਾਡੇ ਨਾਲ, ਪੱਖ ਦੇ ਮੁੱਦੇ ਜਿਹੜੇ ਆ। ਅੱਜ ਕੱਲ ਆਪਾਂ ਨੂੰ ਸਭ ਨੂੰ ਬਹੁਤ ਕੁਝ ਚੱਲ ਰਿਹਾ ਆ, ਬਟ ਲਾਸਟ ਕਪਲ ਡੇਜ਼ ਤੋਂ ਜੋ ਪੱਖਵਾਂ ਮੁੱਦਾ ਬਣਿਆ ਹੋਇਆ ਆ, ਆਪਣੇ ਸਾਬਕਾ DSP ਸਾਹਿਬ ਬਲਵਿੰਦਰ ਸ਼ੇਖੋਂ ਜੀ ਦੀ ਅਰੈਸਟ ਪਈ ਆ। ਤੇ ਉਹਨਾਂ ਦੀ ਅਰੈਸਟ ਜਿਹੜੀ ਪਈ ਆ, ਆਪਾਂ ਸਭ ਨੂੰ ਪਤਾ ਕੀ ਰੀਜ਼ਨ ਹੈਗਾ, ਕਿਉਂ ਉਹਨਾਂ ਦੀ ਅਰੈਸਟ ਪਈ ਆ। ਤੇ ਇਹ ਮੁੱਦਾ ਜਿਹੜਾ ਹੈਗਾ ਬਹੁਤ ਹੀ ਇੱਕ ਗੰਭੀਰ ਮੁੱਦਾ ਆ। ਇਸ ਮੁੱਦੇ ਉੱਤੇ ਗੱਲਬਾਤ ਕਰਨ ਲਈ ਸਾਡੇ ਅੱਜ ਦੇ ਗੈਸਟ ਜਗਜੀਤ ਸਿੰਘ ਜੀ, ਜੋ ਸੋਸ਼ਲ ਐਕਟਿਵਿਸਟ ਵੀ ਆ ਤੇ ਬਹੁਤ ਹੀ ਵਧੀਆ ਸਮਾਜ ਦੇ ਜਿਹੜੇ ਆ ਸਮਾਜ ਸੇਵੀ ਆ, ਕੰਮ ਬਹੁਤ ਹੀ ਵਧੀਆ ਕਰਦੇ ਆ, ਤੇ ਉਹਨਾਂ ਦਾ ਕਰਦੇ ਆ ਸਵਾਗਤ। ਤੇ ਇਸ ਅੱਜ ਦੇ ਮੁੱਦੇ ਤੇ ਉਹਨਾਂ ਦੇ ਨਾਲ ਕਰਦੇ ਆ ਅੱਜ ਦੀ ਗੱਲਬਾਤ। ਜਗਦੀਸ਼ ਸਿੰਘ ਜੀ, ਸਤਿ ਸ਼੍ਰੀ ਅਕਾਲ ਜੀ, ਤੇ ਜੀ ਆਇਆਂ ਨੂੰ ਅਸੀਂ ਕਹਿੰਦੇ ਆ। ਬਟ ਤੁਹਾਡੇ ਵਿਹੜੇ ਦੇ ਵਿੱਚ ਬੈਠੇ ਆ, ਸ਼ੁਕਰਗੁਜ਼ਾਰ ਆ ਤੁਸੀਂ ਸਾਨੂੰ ਆਪਣੇ ਇੱਕ ਕਹਿੰਦੇ ਬਿਜੀ ਸ਼ੈਡਿਊਲ ਦੇ ਵਿੱਚੋਂ ਆਪਣਾ ਟਾਈਮ ਕੱਢ ਕੇ ਤੇ ਸਾਨੂੰ ਟਾਈਮ ਦਿੱਤਾ। ਜਿੱਦਾਂ ਮੈਂ ਗੱਲ ਕੀਤੀ ਆ ਕਿ ਪੱਖਵਾਂ ਮੁੱਦਾ ਜਿਹੜਾ ਬਣਿਆ ਹੋਇਆ ਆ ਸ਼ੇਖੋਂ ਸਾਹਿਬ ਦੀ ਅਰੈਸਟ ਦਾ, ਕਾਫੀ ਟਾਈਮ ਤੋਂ ਜਿੱਦਾਂ ਸ਼ੇਖੋਂ ਸਾਹਿਬ ਸੁਰਖੀਆਂ ਦੇ ਵਿੱਚ ਹੈਗੇ ਆ ਪੰਜਾਬ ਦੇ ਗੰਭੀਰ ਮੁੱਦਿਆਂ ਨੂੰ ਲੈ ਕੇ। ਜੇ ਆਪਾਂ ਗੱਲ ਕਰੀਏ ਡਰੱਗਸ ਦੀ ਜਾਂ ਇੱਦਾਂ ਦੇ ਬਹੁਤ ਹੀ ਇਸ਼ੂਸ ਹੈਗੇ ਜਿਨ੍ਹਾਂ ਨੂੰ ਉਹ ਹਾਈਲਾਈਟ ਕਰ ਰਹੇ ਆ, ਜਿਨ੍ਹਾਂ ਦੇ ਉੱਤੇ ਉਹ ਕੰਮ ਕਰ ਰਹੇ ਆ, ਆਪਣੀ ਆਵਾਜ਼ ਚੱਕਦੇ ਆ। ਬਟ ਪੰਜਾਬ ਦੀ ਆਵਾਮ ਦੀ ਆਵਾਜ਼ ਬਣ ਕੇ ਅੱਗੇ ਹੋ ਕੇ ਇਹਨਾਂ ਮੁੱਦਿਆਂ ਨੂੰ ਚੱਕਦੇ ਆ ਬੇਬਾਕੀ ਦੇ ਨਾਲ। ਤੇ ਉਹ ਬੇਬਾਕੀ ਨੇ ਹੁਣ ਆਪਾਂ ਸਭ ਨੂੰ ਪਤਾ ਕਿ ਉਹਨਾਂ ਦੀ ਅਰੈਸਟ ਪਵਾ ਦਿੱਤੀ ਆ। ਕਿੱਦਾਂ ਦੇਖਦੇ ਇਹ ਸਾਰੇ ਕਸਮ? ਮੈਮ, ਇਹ ਜਿਹੜਾ ਇਹਨਾਂ ਦੀ ਅਰੈਸਟ ਹੋਈ ਹੈ, ਇਹ ਮਾਨਯੋਗ ਕੋਰਟ ਵੱਲੋਂ, ਹਾਈ ਕੋਰਟ ਵੱਲੋਂ ਉਹਨਾਂ ਨੂੰ ਕੰਟੈਂਪਟ ਆਫ ਕੋਰਟ ਦੇ ਅੰਦਰ ਉਹਨਾਂ ਦੀ ਗ੍ਰਿਫਤਾਰੀ ਹੋਈ ਹੈ। ਜੇ ਅਸੀਂ ਇਹ ਤੋਂ ਪਿੱਛੇ ਚੱਲੀਏ, ਮਤਲਬ ਇਹ ਕਿਉਂ, ਮਤਲਬ ਉਹਨਾਂ ਦਾ ਬੇਬਾਕੀ ਨਾਲ ਕੋਰਟ ਦੇ ਵਿੱਚ ਗੱਲ ਕਰਨਾ, ਉਹਦਾ ਇੱਕ ਪਿਛੋਕੜ ਹੈਗਾ। ਪਿਛੋਕੜ ਦਾ ਇਸ ਤਰ੍ਹਾਂ ਹੈਗਾ ਕਿ ਜੇ ਤੁਸੀਂ ਦੇਖੋ, ਜਦੋਂ ਇਹਨਾਂ ਨੇ, ਮੈਂ ਥੋੜ੍ਹਾ ਪਿੱਛੇ ਜਾਵਾਂਗਾ, ਬਹੁਤ ਲੰਬਾ ਨਹੀਂ, ਲੰਬਾ ਇਹਨਾਂ ਨੇ ਬਹੁਤ ਕੁਝ ਤਸ਼ੱਦਦ ਸਹੀ ਹੈ ਆਪਣੀ ਜੌਬ ਦੇ ਵਿੱਚ ਵੀ, ਤੇ ਇਹ ਇੱਕ ਸਿਸਟਮ ਦਾ ਹਿੱਸਾ ਵੀ ਰਹੇ ਆ, ਪੁਲਿਸ ਸਿਸਟਮ ਦਾ ਵੀ ਹਿੱਸਾ ਰਹੇ ਆ, ਔਰ ਬੇਬਾਕੀ ਨਾਲ ਕਹਿੰਦੇ ਵੀ ਤੇ ਇਹ ਗਲਤ ਹੋਇਆ। ਤੇ ਜਦੋਂ ਇਹਨਾਂ ਨੇ ਰਿਟਾਇਰ ਹੋਣਾ ਸੀਗਾ ਜਿਸ ਦਿਨ ਡੇ ਹੀ ਵਾਸ ਸਪੋਜ਼ਡ ਟੂ ਬੀ ਰਿਟਾਇਰਡ, ਉਸ ਦਿਨ ਇਹਨਾਂ ਨੂੰ ਡਿਸਮਿਸ ਕਰ ਦਿੱਤਾ ਗਿਆ। ਤੇ ਡਿਸਮਿਸ ਕਿਉਂ ਕੀਤਾ ਗਿਆ? ਕਿ ਇੱਕ ਇਹਨਾਂ ਦੀ ਇੱਕ ਮੰਤਰੀ ਦੇ ਨਾਲ ਗੱਲਬਾਤ ਹੋਈ, ਮੰਤਰੀ ਨੇ ਇਹਨੂੰ ਡਰਾਇਆ ਧਮਕਾਇਆ ਕਿ ਤੂੰ ਇੱਥੋਂ ਮੇਰੇ ਹਿਸਾਬ ਨਾਲ ਚੱਲ, ਤੂੰ। ਇਹਨਾਂ ਨੇ ਬੜੇ ਸਬਮਿਸਿਵ ਵੇ ਨਾਲ ਕਿਹਾ ਕਿ ਸਰ ਮੈਨੂੰ ਗਾਈਡ ਕਰ ਦਿਓ ਤੁਸੀਂ, ਵੀ ਮੇਰੇ ਤੋਂ ਗਲਤੀ ਕੀ ਹੋ ਰਹੀ ਹੈ, ਤੇ ਮੈਂ ਤਾਂ ਕੋਰਟ ਦੇ ਆਰਡਰ ਨੂੰ ਕੰਪਲਾਈ ਕਰ ਰਿਹਾ। ਜਿਹੜਾ ਸੁਪਰੀਮ ਕੋਰਟ, ਆਨਰੇਬਲ ਕੋਰਟ ਦਾ ਇੱਕ ਹੁਕਮ ਸੀਗਾ, ਉਹਨੂੰ ਉਹਦੀ ਪਾਲਣਾ ਕਰ ਰਹੇ ਸੀ। ਮੇਰੇ ਹਿਸਾਬ ਨਾਲ ਜਦੋਂ ਉਹਨਾਂ ਦਾ ਈਗੋ ਬਣ ਕੇ ਇੱਕ ਸਟੇਟ ਗਵਰਨਮੈਂਟ ਨੇ ਡਿਸੀਜਨ ਲਿਆ ਕਿ ਜਿਹਨੂੰ ਡਿਸਮਿਸ ਕੀਤਾ ਜਾਵੇ, ਇਹਨੇ ਆਪਣੇ ਸੀਨੀਅਰਸ ਦਾ ਓਬੇ ਨਹੀਂ ਕੀਤਾ,
ਇਨ ਫੈਕਟ ਉਹ ਹਾਈਲਾਈਟ ਕਰ ਰਿਹਾ ਸੀਗਾ ਕਿ ਤੇ ਹਾਈ ਕੋਰਟ ਦੇ ਮਾਨਯੋਗ ਹਾਈ ਕੋਰਟ ਦੇ ਆਰਡਰਸ ਨੇ, ਮੈਂ ਉਹਨਾਂ ਨੂੰ ਕੰਪਲਾਈ ਕਰ ਰਿਹਾ। ਜਦੋਂ ਹਾਈ ਕੋਰਟ ਦਾ ਆਰਡਰ ਹੋਵੇ ਤਾਂ ਹਾਈ ਕੋਰਟ ਦਾ ਆਰਡਰ ਹਮੇਸ਼ਾ ਹੀ ਸਰਕਾਰ ਦੇ ਆਰਡਰ ਨਾਲੋਂ ਵੱਡਾ ਹੁੰਦਾ ਹੈ, ਠੀਕ ਹੈ। ਤੇ ਠੀਕ ਹੈ, ਸਰਕਾਰ ਕੋਲੇ ਪਾਵਰ ਸੀ, ਉਹਨਾਂ ਨੂੰ ਡਿਸਮਿਸ ਕਰਤਾ, ਕੋਈ ਗੱਲ ਨਹੀਂ ਹੈਗੀ। ਉਹ ਚੱਲਦੇ ਰਹੇ, ਉਹ ਬੇਬਾਕੀ ਨਾਲ ਚੱਲਦੇ ਰਹੇ ਕਿ ਜੀ ਲੈਂਡ ਮਾਫੀਆ, ਸੈਂਡ ਮਾਫੀਆ, ਡਰੱਗ ਮਾਫੀਆ, ਇਹਦੇ ਸਾਰੇ ਬੇਬਾਕੀ ਨਾਲ ਹਾਈਲਾਈਟ ਕਰਦੇ ਰਹੇ ਕਿ ਕਿੱਦਾਂ ਸਾਡਾ ਯੂਥ ਬਾਹਰ ਜਾ ਰਿਹਾ, ਕਿੱਦਾਂ ਸਾਡਾ ਯੂਥ ਸਫਰ ਕਰ ਰਿਹਾ। ਤੇ ਸਰਕਾਰ, ਪੰਜਾਬ ਸਰਕਾਰ ਨੇ ਪਿਛਲੇ ਸਮੇਂ ਦੇ ਵਿੱਚ ਸਿੱਟ ਕਾਇਮ ਕੀਤੀ ਸੀਗੀ, ਉਹਦੀ ਰਿਪੋਰਟਸ ਬਣੀ, ਇੱਕ ਨਹੀਂ ਬਣੀ, ਕਈ ਰਿਪੋਰਟਾਂ ਬਣੀਆਂ, ਬਣ ਕੇ ਉਹ ਲਿਫਾਫਿਆਂ 'ਚ ਬੰਦ ਹੋ ਕੇ ਹਾਈ ਕੋਰਟ ਚਲੀ ਗਈਆਂ। ਹੁਣ ਹਾਈ ਕੋਰਟ 'ਚ ਪਈਆਂ ਹੈ, ਉਹਨਾਂ ਨੂੰ ਕੌਣ ਖੋਲ੍ਹੇਗਾ? ਇਹ ਉਹਨਾਂ ਦਾ ਜਿਹੜਾ ਗੁੱਸਾ ਸੀ, ਐਗਰੈਸ਼ਨ ਸੀ, ਉਹ ਪਾਈਲ ਅਪ ਹੋ ਰਹੀ ਸੀਗੀ, ਐਕਿਊਮੂਲੇਟ ਹੋ ਰਹੀ ਸੀ, ਜਿਹਨੂੰ ਉਹ ਬਰਦਾਸ਼ਤ ਨਹੀਂ ਕਰ ਸਕੇ ਕਿ ਦੇਖੋ ਅੱਜ ਅਸੀਂ ਡੈਮੋਕ੍ਰੇਸੀ ਦਾ ਹਿੱਸਾ ਹੈਗੇ। ਹਿੰਦੁਸਤਾਨ ਇੱਕ ਡੈਮੋਕ੍ਰੈਟਿਕ ਕੰਟਰੀ ਹੈ, ਆਜ਼ਾਦ ਕੰਟਰੀ ਹੈ, ਇਹਦੇ ਵਿੱਚ ਹਰ ਬੰਦਾ ਇੱਕ ਡਿਊਟੀ ਬਾਉਂਡ ਹੈ। ਜੇ ਅਗਰ ਉਹ ਡੀਐਸਪੀ ਸੀ ਉਹ ਵੀ ਡਿਊਟੀ ਬਾਉਂਡ ਸੀ, ਅਗਰ ਜੁਡੀਸ਼ਰੀ ਹੈ ਉਹ ਵੀ ਡਿਊਟੀ ਬਾਉਂਡ ਹੈਗੀ, ਬਿਊਰੋਕਰੇਟਸ ਹੈ ਉਹ ਵੀ ਡਿਊਟੀ ਬਾਉਂਡ ਹੈਗੇ। ਦੇਖੋ ਇਹਦੇ ਵਿੱਚ ਆਪਣੀ ਸੈਲਫ ਡਿਸਕ੍ਰਿਸ਼ਨ ਨਹੀਂ ਚੱਲ ਸਕਦੀ, ਬਿਕੋਜ਼ ਦੇ ਆਰ ਪੇਡ ਫॉर ਇਟ। ਤੇ ਇਹਨਾਂ ਨੇ ਵੀਡੀਓਜ਼ ਕੁਝ ਵਾਇਰਲ ਕੀਤੀਆਂ ਕਿ ਦੇਖੋ ਇਦਾਂ ਨੁਕਸਾਨ ਹੋ ਰਿਹਾ, ਸਾਡੀ ਰਿਪੋਰਟ ਕਿਉਂ ਨਹੀਂ ਖੋਲੀ ਜਾ ਰਹੀ, ਸੀਲਡ ਕਿਉਂ ਪਈਆਂ, ਪਹਿਲਾਂ ਸੀਲਡ ਕਿਉਂ ਦਿੱਤੀਆਂ ਕਿਉਂ ਗਈਆਂ? ਵੈਸੇ ਹੀ ਅਨਐਥੀਕਲ ਹੈਗਾ। ਜੇਕਰ ਸਿੱਟ ਦੀ ਰਿਪੋਰਟ ਹੈ ਉਹ ਪਬਲਿਕ ਹੋਣੀ ਚਾਹੀਦੀ ਉਹਦਾ, ਤਾਂ ਕਿ ਜੱਜਸ ਤੇ ਵੀ ਪ੍ਰੈਸ਼ਰ ਰਹੇ ਕਿ ਇਹਦਾ ਡਿਸੀਜਨ ਲਓ, ਇਹਦੇ ਚਾਰजेस ਫਰੇਮ ਕਰੋ, ਜਿਹੜੇ ਕਲਪਿਟਸ ਹੈਗੇ ਆ, ਜਿਹੜੇ ਗੂਨਸ ਹੈਗੇ ਆ, ਉਹਨਾਂ ਦੇ ਕਾਰਵਾਈ ਹੋ ਸਕੇ। ਮੈਸੇਜ ਇਹ ਜਾ ਰਿਹਾ ਲੋਕਾਂ ਨੂੰ ਵੀ ਜੋ ਮਰਜ਼ੀ ਕਰੀ ਜਾਓ, ਜਿੰਨਾ ਮਰਜ਼ੀ ਕਰਪਸ਼ਨ ਕਰੀ ਜਾਓ, ਤੇ ਕੋਰਟ ਵੀ ਉੱਦਾਂ ਐਕਟ ਨਹੀਂ ਕਰ ਰਹੀ ਜਿੰਨੇ ਫਾਸਟ ਕਰਨਾ ਚਾਹੀਦਾ। ਮੈਂ ਨਹੀਂ ਕਹਿੰਦਾ ਕੋਰਟ ਨਹੀਂ ਕਰ ਰਹੀ, ਕੋਰਟ ਦਾ ਵੀ ਇੱਕ ਪ੍ਰੋਸੀਜਰ ਹੁੰਦਾ, ਇੱਕ ਟਾਈਮ ਫਰੇਮ ਹੁੰਦਾ, ਪਰ ਇਹਨਾਂ ਜਿਹੜੇ ਕਈ ਸੰਗੀਨ ਚੀਜ਼ਾਂ ਹੈਗੀਆਂ ਜਿਹਦੇ ਨਾਲ ਸਾਡੀ ਨਸਲਕੁਸ਼ੀ ਹੋ ਰਹੀ ਹੈ ਸਟੇਟ ਦੇ ਵਿੱਚ, ਸਾਡੇ ਰਾਜ ਦੇ ਵਿੱਚ। ਹਾਲਾਤ ਇੰਨੇ ਕਿ ਨਾਜ਼ੁਕ ਹੈ ਜੀ, ਤੁਸੀਂ ਹਰ ਦੂਜਾ ਬੰਦੇ ਨੂੰ ਪੁੱਛ ਕੇ ਦੇਖੋ ਕਿ ਜੀ ਕਰਪਸ਼ਨ ਕਿੰਨੀ ਹੈ, ਕਹਿੰਦੇ ਜੀ ਸਿਖਰ ਤੇ ਹੈ। ਕਰਪਸ਼ਨ ਕਿੰਨੀ ਸਿਖਰ ਤੇ ਹੈਗੀ। ਤੁਸੀਂ ਅੱਜ ਖੇਤ ਦੇ ਮਜ਼ਦੂਰ ਨੂੰ, ਖੇਤ ਦੇ ਕਿਸਾਨ ਨੂੰ, ਇੱਕ ਡਰਾਈਵਰ ਨੂੰ, ਇੱਕ EMPLOYE ਨੂੰ ਪੁੱਛ ਕੇ ਦੇਖੋ ਜੀ ਕਿ ਤੁਸੀਂ ਕਿੱਦਾਂ ਦੇਖਦੇ ਹੋ ਅੱਜ ਦਾ ਟਾਈਮ, ਬਦਲਾਅ ਆਏ, ਸਰਕਾਰਾਂ ਬਦਲੀਆਂ, ਇੱਕ ਤੋਂ ਬਾਅਦ ਦੂਜੀ ਤੋਂ ਬਾਅਦ ਤੀਜੀ ਪਾਰਟੀ ਆਈ, ਤੇ ਕੀ ਦੇਖਦੇ ਹੋ? ਕਹਿੰਦੇ ਸਿਖਰ ਤੇ ਹੈਗੀ। ਸਿਖਰ ਦਾ ਮਤਲਬ ਕੀ ਹੈਗਾ ਕਿ ਅਸੀਂ ਇਹ ਸਾਡੇ ਬਸ ਤੋਂ ਮਤਲਬ ਬਾਹਰ ਹੈਗੀ ਹੈ, ਅਸੀਂ ਇਹਨੂੰ ਇਮੇਜਿਨ ਨਹੀਂ ਕਰ ਸਕਦੇ ਕਿ ਕਿਉਂ ਹੋ ਰਿਹਾ ਇੱਦਾਂ। ਸੇਖੋ ਸਾਹਿਬ ਇੱਕ ਬੇਬਾਕੀ ਰਹੇ, ਮਤਲਬ ਇੱਕ ਪੁਲਿਸ ਅਫਸਰ, ਮੈਂ ਤੁਹਾਨੂੰ ਸਲੂਟ ਕਰਦਾ ਹਾਂ ਕਿ ਉਹ ਬੀਇੰਗ ਏ ਪੁਲਿਸ ਅਫਸਰ ਪਹਿਲਾ ਬੰਦਾ ਪੁਲਿਸ ਦਾ ਜਿਹਨੇ ਇਹ ਐਡਾ ਵੱਡਾ ਰਿਫਾਰਮਸ ਦੀ ਗੱਲ ਕਰੀ ਹੈ ਕਿ ਜੀ ਇਹ ਸਾਰੇ ਅਸੀਂ ਡਿਊਟੀ ਬਾਉਂਡ ਹੈ, ਸਾਰੇ ਆਪਣਾ ਆਪਣਾ ਡਿਲੀਵਰ ਕਰੋ ਜੋ ਸਮਾਜ ਨੂੰ ਡਿਲੀਵਰ ਕਰਨਾ। ਅਸੀਂ ਸੈਲਰੀਆਂ ਲੈਂਦੇ ਨੇ, ਹੈਵੀ ਸੈਲਰੀਆਂ, ਨਹੀਂ ਫੈਸਿਲਿਟੀਜ਼ ਹੈਗੀ, ਗਨਮੈਨ ਹੈਗੇ, ਗੱਡੀਆਂ ਹੈਗੀਆਂ, ਕੋਠੀਆਂ ਮਿਲੀ ਵੀਆਂ, ਤੇ ਡਿਲੀਵਰ ਵੀ ਤਾਂ ਕਰਨਾ ਨਾ ਅਸੀਂ ਸੋਸਾਇਟੀ ਨੂੰ। ਕੱਲਾ ਇਹ ਥੋੜੀ ਵੀ ਅਸੀਂ ਇੰਜੋਏ ਕਰਨਾ, ਉਸ ਤੋਂ ਬਾਅਦ ਸਾਡੀ ਬਦਲੀ ਹੋ ਜਾਏਗੀ, ਉਸ ਤੋਂ ਬਾਅਦ ਕੁਝ ਹੋਰ ਬਣ ਜਾਵਾਂਗੇ, ਇਸ ਤਰ੍ਹਾਂ ਨਹੀਂ ਹੈਗਾ ਜੀ। ਤੇ ਉਹ ਚਲੋ ਮੈਂ ਉਸ ਤਰ੍ਹਾਂ ਹੀ ਜਾਂਦਾ ਕਿ ਕੰਟੈਂਪਟ ਆਫ ਕੋਰਟ ਕਿਸ ਚੀਜ਼ ਦਾ ਸੰਗਿਆਨ ਲਿਆ ਕੋਰਟ ਨੇ। ਕੋਰਟ ਦੀ ਕਈ ਵਾਰ ਈਗੋ ਹੁੰਦੀ ਹੈ, ਕੋਰਟ ਦਾ ਕਈ ਵਾਰ ਇੱਕ ਪ੍ਰੋਟੋਕੋਲ ਹੁੰਦਾ ਹੈ, ਉਹਨਾਂ ਨੇ ਉਸ ਪ੍ਰੋਟੋਕੋਲ ਦੇ ਅੰਦਰ ਉਹਨਾਂ ਨੂੰ ਨੋਟਿਸ ਦਿੱਤਾ ਹੈ। ਪਰ ਮੈਂ ਇਹ ਦੇਖਦਾ ਹਾਂ ਕਿ ਕਈ ਚੀਜ਼ਾਂ ਲੀਗਲ ਹੁੰਦੀਆਂ, ਕਈ ਐਥੀਕਲ ਹੁੰਦੀਆਂ। ਇਹ ਨਾ ਤਾਂ ਐਥੀਕਲ ਹੈਗੀ ਹੈ, ਲੀਗਲ ਆਈ ਕੈਨੋਟ ਕਮੈਂਟ ਕਿ ਜਿਹੜੇ ਲੀਗਲ ਐਕਸਪਰਟ ਆ ਉਹੀ ਕਮੈਂਟ ਕਰ ਸਕਦੇ ਆ, ਪਰ ਅਨਐਥੀਕਲ ਹੈ, ਉਹਦੀ ਅਰੈਸਟ ਅਨਐਥੀਕਲ ਹੈਗੀ ਔਰ ਅਨਜਸਟੀਫਾਈਡ ਹੈਗੀ। ਅਨਜਸਟੀਫਾਈਡ ਹੈਗੀ, ਹੀ ਇਜ਼ ਸਪੀਕਿੰਗ ਫॉर ਦੀ ਪਬਲਿਕ, ਉਹਦਾ ਲੋਕਾਂ ਦੀ ਆਵਾਜ਼ ਬਣ ਕੇ, ਪੰਜਾਬ ਦੀ ਆਵਾਜ਼ ਬਣ ਕੇ ਚੁੱਕ ਰਿਹਾ ਹੈ। ਮੇਰੇ ਹਿਸਾਬ ਨਾਲ ਅਗਰ ਕੋਰਟ ਐਥੀਕਲ ਵਿਊ ਲਵੇ ਤਾਂ ਕੋਰਟ ਨੂੰ ਵੈਸੇ ਹੀ ਨੋਟਿਸ ਦੇ ਕੇ ਬੁਲਾ ਸਕਦੀ ਹੈ ਵੀ ਹਾਂ ਤੇਰੇ ਗ੍ਰੀਵੈਂਸਸ ਕੀ ਹੈਗੇ, ਦੱਸ ਵੀ ਤੇਰੇ ਕੀ ਗ੍ਰੀਵੈਂਸਸ ਹੈਗੇ, ਤੇਰੀ ਵੀਡੀਓ ਵਾਇਰਲ ਹੋ ਰਹੀ, ਤੈਨੂੰ ਕਰਨੇ ਕੀ ਜ਼ਰੂਰਤ ਹੈ, ਤੂੰ ਆਪਣੀ ਪਟੀਸ਼ਨ ਫਾਈਲ ਕਰ ਇੱਥੇ, ਇਹ ਵੀ ਕਹਿ ਸਕਦੀ ਹੈ ਉਹਨੂੰ। ਅਰੈਸਟ ਕਰਨ ਦਾ ਮਤਲਬ ਹੈ ਉਹਨਾਂ ਦੀ ਆਵਾਜ਼ ਨੂੰ, ਉਹਨਾਂ ਦੇ ਬੇਬਾਕੀ ਨੂੰ ਦਬਾਇਆ ਗਿਆ ਹੈ ਤਾਂ ਕਿ ਪੰਜਾਬ ਦੇ ਵਿੱਚ ਕੋਈ ਹੋਰ ਲੋਕ ਨਾ ਬੋਲ ਸਕਣ। ਸਵਾਲ ਪੰਜਾਬ ਦਾ ਨਹੀਂ, ਇਕੱਲਾ ਹਰਿਆਣਾ ਵੀ ਹੈਗਾ, ਨਾਲ ਸਾਡੀ ਜਿਹੜੀ ਐਡਜੋਇਨਿੰਗ ਸਟੇਟਸ ਹੈਗੀ ਉਹਨਾਂ ਦਾ ਵੀ ਮਸਲਾ ਇਹੀ ਹੈਗਾ। ਉੱਥੇ ਵੀ ਨਸ਼ਾ ਵਿਕ ਰਿਹਾ ਖੁੱਲ੍ਹਾ, ਪਰ ਉੱਥੇ ਨੈਰੇਟਿਵ ਉੱਦਾਂ ਸੈੱਟ ਨਹੀਂ ਕੀਤਾ ਗਿਆ ਕਿ ਪੰਜਾਬੀ ਜਰਨਲੀ ਐਕਸੈਪਟ ਨਹੀਂ ਕਰਦੇ ਇਸ ਚੀਜ਼ ਨੂੰ। ਦੂਜਾ, ਪੰਜਾਬ ਇੱਕ ਬਾਰਡਰ ਸਟੇਟ ਹੈਗੀ ਹੈ, ਬਾਰਡਰ ਤੋਂ ਇਹ ਆਂਦਾ ਹੈ ਸਾਰਾ ਨਸ਼ਾ। ਬਾਰਡਰ ਆਪਣੇ ਸਾਡੇ ਪੰਜਾਬ ਦੀ ਸਟੇਟ ਦੇ ਕੰਟਰੋਲ 'ਚ ਨਹੀਂ ਹੈਗਾ, ਉੱਥੇ ਸੈਂਟਰਲ ਕੰਟਰੋਲ ਹੈਗਾ, ਫਿਰ ਵੀ ਜਿਹੜਾ ਇਨਫਲੋ ਹੈਗਾ ਬਹੁਤ ਸਪੀਡ ਨਾਲ ਚੱਲ ਰਿਹਾ। ਤੇ ਅਸੀਂ ਤਾਂ ਖੈਰ 80s ਤੋਂ ਦੇਖ ਰਹੇ ਹਾਂ ਕਿ ਬਾਰਡਰ ਨੂੰ ਟਾਈਟ ਕਰਤਾ, ਉਹ ਅੱਜ ਤੱਕ ਪਤਾ ਨਹੀਂ ਕਿੰਨਾ ਟਾਈਟ ਹੋਇਆ, ਕਿੰਨਾ ਲੂਜ਼ ਹੈਗਾ, ਉਹ ਅਜੇ ਵੀ ਨਸ਼ਾ ਆ ਰਿਹਾ, ਨਸ਼ਾ ਵਿਕ ਰਿਹਾ। ਤੇ ਜੇ ਆਪਾਂ ਗੱਲ ਕਰੀਏ ਵੀ ਜਿਹੜੇ ਉਹਨਾਂ ਦੇ ਫਾਲੋਅਰਸ ਹੈਗੇ ਆ, ਉਹ ਕੀ ਕਰਨਗੇ? ਤੇ ਨਾਲ ਦੀ ਨਾਲ ਜਿੱਦਾਂ ਹੁਣ ਸ਼ੇਖੋ ਸਾਹਿਬ ਦੀ ਡਾਟਰ ਵੀ ਜਿਹੜੀ ਹੈਗੀ ਆ USA ਚੋਂ ਇੱਥੇ ਪਹੁੰਚ ਗਈ ਆ, ਇਹ ਸਾਰੇ ਕੁਝ ਨੂੰ ਕਿੱਦਾਂ ਦੇਖਦੇ ਆ ਕਿ ਕੀ ਇੱਕ ਜਿੱਦਾਂ ਇਸ ਚੀਜ਼ ਨੂੰ ਲੈ ਕੇ ਇੱਕ ਬੰਬ ਬਲਾਸਟ ਹੋ ਸਕਦਾ ਆ, ਜਾਂ ਪਬਲਿਕ ਦੇ ਵਿੱਚ ਵੀ ਇੰਨੀ ਐਗਰੈਸ਼ਨ ਆ ਸਕਦੀ ਹੈ ਕਿ ਪਬਲਿਕ ਜਿਹੜੀ ਹੈਗੀ ਆ ਕਾਫੀ ਹੱਦ ਤੱਕ ਇਸ ਮੁੱਦੇ ਨੂੰ ਲੈ ਕੇ ਜਿੱਦਾਂ ਪ੍ਰੋਟੈਸਟ ਇੱਕ ਕਾਈਂਡ ਆਫ ਜਿੱਦਾਂ ਕਰ ਸਕਦੀ ਆ? ਦੇਖੋ, ਮੈਂ ਇਸ ਨੂੰ ਇਸ ਤਰ੍ਹਾਂ ਦੇਖਦਾ ਹਾਂ ਜੀ ਕਿ ਸੇਖੋਂ ਸਾਹਿਬ ਕਲੀਅਰ ਹੈ ਆਪਣੇ ਥਾਟ ਦੇ ਵਿੱਚ। ਉਹ ਕਹਿੰਦੇ ਮੇਰੀ ਆਵਾਜ਼ ਨਹੀਂ, ਇਹ ਤਾਂ ਪੰਜਾਬ ਦੀ ਆਵਾਜ਼ ਹੈ, ਲੋਕਾਂ ਦੀ ਆਵਾਜ਼ ਹੈ, ਲੋਕਾਂ ਦੀ ਤਕਲੀਫ ਹੈਗੀ ਹੈ। ਮੈਂ ਬੋਲ ਰਿਹਾ, ਕੱਲ ਨੂੰ ਮੈਂ ਨਹੀਂ ਹੋਵਾਂਗਾ ਤਾਂ ਕੋਈ ਹੋਰ ਬੋਲੇਗਾ। ਇਹਦਾ ਮਤਲਬ ਉਹਨਾਂ ਦੇ ਇਹ ਪਰਸਨ ਸਪੈਸੀਫਿਕ ਨਹੀਂ ਹੈਗੀ ਹੈ, ਤੇ ਲੇਕਿਨ ਉਹ ਆਵਾਜ਼ ਚੁੱਕ ਰਹੇ ਨੇ ਇਸ ਟਾਈਮ।
ਬੇਟੀ ਨੂੰ ਉਹਨਾਂ ਨੇ ਇਸ ਕਰਕੇ ਬੁਲਾਇਆ ਕਿ ਜੇ ਮੈਂ ਅੰਦਰ ਹੋ ਗਿਆ, ਜੇਲ੍ਹ 'ਚ ਮੈਨੂੰ ਧੱਕਤਾ ਰੱਖਤਾ। ਇਸ ਤੋਂ ਪਹਿਲਾਂ 2 ਵਾਰ ਉਹਦਾ ਐਕਸੀਡੈਂਟ ਵੀ ਹੋਇਆ, ਓਕੇ, ਅਨਨੈਚੁਰਲ ਜਿਹੜਾ ਹੈਗਾ ਆਪਾਂ ਉਸ ਤਰੀਕੇ ਨਾਲ ਐਕਸੀਡੈਂਟ ਹੋਇਆ, ਉਹ ਚਲੋ ਉਹਦੀ ਬਾਦੀ ਹੈਗੀ ਹੈ ਕਿੱਦਾਂ ਉਹਨੂੰ, ਤੇ ਉਹਨੂੰ ਲੱਗਿਆ ਕਿ ਯਾਰ ਜੇ ਮੈਂ ਇੱਥੇ ਨਾ ਹੋਏ, ਆਵਾਜ਼ ਜਿਹੜੀ ਮੇਰੀ ਹੈਗੀ ਹੈ ਇਹ ਕਿਤੇ ਦਫਨ ਨਾਲੇ ਮੇਰੇ ਦਫਨ ਨਾ ਹੋ ਜੇ। ਉਹਨੇ ਆਪਣੀ ਬੇਟੀ ਨੂੰ ਇਨਵਾਈਟ ਕਰ ਲਿਆ, ਵਾਪਸ ਆ ਗਈ। ਉਹ 3-4 ਦਿਨ ਪਹਿਲਾਂ ਲੈਂਡ ਕਰ ਗਿਆ, ਤੇ ਉਹਨੇ ਮੇਰੇ ਹਿਸਾਬ ਨਾਲ ਹੁਣ ਉਹਦੀ ਬੇਟੀ ਜਿਹੜੀ ਇਹਨਾਂ ਨੇ ਪੰਜਾਬੀ 'ਚ ਗੱਲ ਕਹੀ ਹੈ, ਇਹਨਾਂ ਨੂੰ ਉਹ ਕੰਟੈਂਪਟ ਲੱਗੀ, ਉਹ ਇੰਗਲਿਸ਼ 'ਚ ਕਹੂਗੀ, ਉਹ ਠੀਕ ਲੱਗੂਗੀ। ਮੈਂ ਤੁਹਾਨੂੰ ਇੱਕ ਸਿੰਪਲ ਦੱਸਦਾ ਹਾਂ, ਜਸਟਿਸ ਕਾਟਜੂ, ਮਾਰਕੰਡੇ ਕਾਟਜੂ ਜੀ ਇਜ਼ ਵੈਰੀ ਆਨਰੇਬਲ ਜਸਟਿਸ ਰਹੇ ਆ ਸੁਪਰੀਮ ਕੋਰਟ ਦੇ। ਉਹਨਾਂ ਨੇ ਉਹ ਰਿਟਾਇਰਡ ਨੇ, ਉਹਨਾਂ ਨੇ ਕਿਹਾ ਕਿ ਯਾਰ ਹਾਫ ਆਫ ਦੀ ਜੁਡੀਸ਼ਰੀ ਇਜ਼ ਕਰਪਟ। ਉਹ ਕਹਿ ਰਹੇ ਨੇ, ਬੇਬਾਕੀ ਨਾਲ ਕਹਿ ਰਹੇ ਨੇ। ਉਹਨਾਂ ਨੇ ਅੰਗਰੇਜ਼ੀ 'ਚ ਕਿਹਾ ਕਿ ਹਾਫ ਆਫ ਦੀ ਜੁਡੀਸ਼ਰੀ ਇਜ਼ ਕਰਪਟ। ਉਹਨਾਂ ਜੇ ਇਸ ਨੂੰ ਪੰਜਾਬੀ 'ਚ ਕਹਿ ਦੋ, ਹਾਫ ਆਫ ਦੀ ਜੁਡੀਸ਼ਰੀ ਨੂੰ ਕੀ ਕਹੋਗੇ ਕਿ ਜੀ ਬੇਈਮਾਨ ਹੈ, ਧੋਖੇਬਾਜ਼ ਹੈਗੀ ਹੈ ਨਾ, ਦਲਾਲੀ ਕਰਦੀ ਹੈ, ਪੈਸੇ ਲੈਂਦੀ ਹੈ ਤੇ ਬੇਲ ਦਿੰਦੀ, ਇਹੀ ਹੋਊਗਾ ਨਾ ਜੀ। ਉਹਨੂੰ ਅੰਗਰੇਜ਼ੀ 'ਚ ਕਹਿਣ 'ਚ ਔਰ ਪੰਜਾਬੀ 'ਚ ਕਹਿਣ 'ਚ ਇਹੀ ਫਰਕ ਹੈ। ਉਹਨਾਂ ਦੀ ਬੇਟੀ ਆਈ ਆ, ਉਹ ਇੰਗਲਿਸ਼ 'ਚ ਕਹਿ ਦੂਗੀ ਕਿ ਜੀ ਇਹ ਕਰਪਟ ਹੈਗੀ ਹੈ, ਤੇ ਸੇਖੋਂ ਸਾਹਿਬ ਨੇ ਕਿਹਾ ਕਿ ਜੀ ਉੱਚੀ ਆਵਾਜ਼ ਦੇ ਵਿੱਚ ਕਿਹਾ, ਉਹਨਾਂ ਨੇ ਕਾਫੀ ਇਹਨੂੰ ਕ੍ਰਿਟੀਸਾਈਜ਼ ਕੀਤਾ। ਜਿਹੜਾ ਉਹਦਾ ਗੁੱਸਾ ਜਿਹੜਾ ਸੀਗਾ, ਉਹ ਐਂਗਰ ਪਾਈਲ ਅਪ ਹੋ ਰਹੀ ਸੀਗੀ ਸਾਲਾਂ ਤੋਂ। ਉਹ ਕੋਰਟ ਨੂੰ ਉਹਦਾ ਸੰਗਿਆਨ ਲੈਣਾ ਚਾਹੀਦਾ ਸੀਗਾ, ਕੋਰਟ ਨੂੰ ਲੈਣਾ ਚਾਹੀਦਾ। ਕੋਰਟ ਲੈ ਵੀ ਲੇਗੀ ਮੇਰੇ ਹਿਸਾਬ ਨਾਲ, ਕੋਰਟ 'ਚ ਬੜੇ ਨਹੀਂ, ਸਾਰੀ ਜੁਡੀਸ਼ਰੀ ਗਲਤ ਨਹੀਂ ਹੁੰਦੀ। ਜੇ ਈਵਨ ਜਸਟਿਸ ਕਾਟਜੂ ਨੇ ਵੀ ਕਿਹਾ ਹੈ ਕਿ ਜੀ 50% ਜੁਡੀਸ਼ਰੀ ਇਜ਼ ਕਰਪਟ, ਤਾਂ 50% ਤਾਂ ਠੀਕ ਹੈ ਨਾ ਜੀ ਬੰਦੇ, ਜੇ ਠੀਕ ਹੈ ਉਹਦਾ ਸੰਗਿਆਨ ਲੈਣਗੇ ਵੀ ਨਹੀਂ ਯਾਰ ਜੁਡੀਸ਼ਰੀ ਸਾਡੀ ਬਦਨਾਮ ਹੋ ਰਹੀ ਹੈ, ਬਿਊਰੋਕ੍ਰੇਸੀ ਬਦਨਾਮ ਹੋ ਰਹੀ ਹੈ, ਪੋਲੀਟੀਸ਼ੀਅਨਸ ਬਦਨਾਮ ਹੋ ਰਹੇ ਨੇ। ਉਹ ਸਾਰੇ ਆਪਣਾ ਪੱਖ ਦੇਖਣਗੇ ਵੀ ਸਾਨੂੰ ਕਿੱਦਾਂ ਲੋਕਾਂ 'ਚ ਪੇਸ਼ ਆਉਣਾ, ਲੋਕਾਂ ਦੇ ਜਿਹੜੇ ਗ੍ਰੀਵੈਂਸਸ ਹੈਗੇ ਕਿੱਦਾਂ ਹੈਂਡਲ ਕਰਨੇ ਆ, ਕਿ ਜਿਹੜੇ ਉਹਨਾਂ ਦੇ ਵੀ ਡਿਲੀਵਰੇਬਲਸ ਹੈਗੇ ਆ, ਉਹਨਾਂ ਦੀ ਅਕਾਊਂਟੇਬਿਲਟੀ ਹੈਗੀ ਹੈ, ਦੇ ਆਰ ਪੇਡ ਫॉर ਇਟ। ਆਈ ਉਹਨਾਂ ਨੂੰ ਅੱਜ ਕੁਐਸਚਨ ਹੋ ਰਿਹਾ, ਦੇਖੋ ਅੱਜ ਜੇ ਉਹ ਨਹੀਂ ਸੁਣਨਗੇ, ਕੱਲ ਨੂੰ ਗਲੀਆਂ ਦੇ ਵਿੱਚ ਕੁਐਸਚਨ ਹੋਣਗੇ ਉਹਨਾਂ ਨੂੰ। ਜੱਜਸ ਸਾਹਿਬ, ਬਿਊਰੋਕਰੇਟ ਸਾਰੇ ਸੜਕਾਂ ਤੋਂ ਵਿਚਰਦੇ ਨੇ, ਲੋਕੀ ਖੜਾ ਕਰਕੇ ਪੁੱਛਣ ਲੱਗ ਜਾਂਦੇ, ਦੱਸੋ ਜੀ ਸਾਡੇ ਕੇਸ ਦਾ ਕੀ ਹੋਇਆ। ਉਹ ਲੋਕਾਂ ਦੀ ਆਮ ਪਬਲਿਕ ਹੋਏ, ਫ੍ਰੀ ਫॉर ਆਲ ਹੋ ਜਾਂਦਾ, ਉਹ ਨਾ ਹੋਵੇ। ਅਸੀਂ ਇੱਕ ਡੈਮੋਕ੍ਰੈਟਿਕ ਕੰਟਰੀ ਦੇ ਵਿੱਚ ਰਹਿ ਰਹੇ ਹਾਂ, ਡਿਸਿਪਲਿਨਡ ਸੈਟਅਪ 'ਚ ਰਹਿ ਰਹੇ ਹਾਂ, ਅਸੀਂ ਉਸ ਨੌਬਤ ਆਣੇ ਨਾ ਦਈਏ, ਅਸੀਂ ਆਪਣੇ ਆਪ ਡਿਲੀਵਰ ਕਰੀਏ ਜੋ ਲੋਕਾਂ ਦੇ ਗ੍ਰੀਵੈਂਸਸ ਹੈਗੇ ਆ। ਮੇਰੇ ਹਿਸਾਬ ਨਾਲ ਅੱਜ ਕੱਲ੍ਹ ਬਿਊਰੋਕ੍ਰੇਸੀ ਨੂੰ ਵੀ ਪਤਾ ਹੈ ਕਿ ਪੰਜਾਬ ਦੇ ਵਿੱਚ ਨਸ਼ਾ ਕਿੱਦਾਂ ਚੱਲ ਰਿਹਾ, ਕਿੱਦਾਂ ਫ੍ਰੀ ਫਲੋ ਚੱਲ ਰਿਹਾ, ਜੁਡੀਸ਼ਰੀ ਨੂੰ ਵੀ ਪਤਾ ਹੈ, ਪੋਲੀਟੀਸ਼ੀਅਨਸ ਨੂੰ ਵੀ ਪਤਾ ਹੈਗਾ। ਵਿਕ ਵੀ ਰਿਹਾ, ਰੋਕਥਾਮ ਥੋੜੀ ਬਹੁਤੀ ਹੋ ਰਹੀ ਹੈ ਫॉर ਦੀ ਆਈ ਵਾਸ਼, ਲੇਕਿਨ ਉਸ ਤਰ੍ਹਾਂ ਦਾ ਨਕੇਲ ਨਹੀਂ ਪੈ ਰਹੀ ਜਿਹੜੀ ਹਰੇਕ ਗਵਰਨਮੈਂਟ ਕਹਿੰਦੀ ਕਿ ਜੀ ਹਫ਼ਤੇ 'ਚ ਬੰਦ ਕਰ ਦਾਂਗੇ, ਹਫ਼ਤੇ 'ਚ ਇਹਨੂੰ ਖਤਮ ਕਰ ਦਾਂਗੇ। ਨਹੀਂ ਹੁੰਦਾ ਹਫ਼ਤੇ 'ਚ, ਉਹਨਾਂ ਨੂੰ ਸਿਸਟਮ ਉੱਪਰੋਂ ਸਿਸਟਮ ਕਰੈਕਟ ਕਰਕੇ ਥੱਲੇ ਨੂੰ ਆਉਣਾ ਪੈਣਾ ਉਹਨਾਂ ਨੂੰ। ਇਹ ਥੱਲਿਓਂ ਉੱਪਰ ਨੂੰ ਨਹੀਂ ਜਾਊਗਾ, ਉੱਪਰੋਂ ਥੱਲੇ ਨੂੰ ਆਊਗਾ। ਸਹੀ ਆ। ਤੇ ਜੇ ਗੱਲ ਫਿਰ ਇੱਥੇ ਕਰੀਏ ਕਿ ਸ਼ੇਖੋ ਸਾਹਿਬ ਦੀ ਜੋ ਅਰੈਸਟ ਹੈ ਉਹਦੇ ਉੱਤੇ ਤੁਹਾਨੂੰ ਕੀ ਲੱਗਦਾ ਆ ਕਿ ਜਿਹੜੀਆਂ ਫਾਈਲਾਂ ਬੰਦ ਪਈਆਂ ਸੀ, ਲਿਫਾਫੇ ਬੰਦ ਪਏ ਸੀ, ਉਹ ਖੁੱਲਣਗੇ ਕਿ ਨਹੀਂ ਖੁੱਲਣਗੇ, ਜਾਂ ਸ਼ੇਖੋ ਸਾਹਿਬ ਜਿੱਦਾਂ ਕਹਿੰਦੇ ਹੁੰਦੇ ਆ ਕਿ ਬਹੁਤ ਇੱਕ ਉਹਨਾਂ ਦੀ ਜੋ ਅਰੈਸਟ ਹੈਗੀ ਆ ਵੀ ਬਹੁਤ ਗੰਭੀਰ ਸੋਚ ਪਾਊਗੀ ਪਬਲਿਕ ਨੂੰ? ਮੇਰੇ ਹਿਸਾਬ ਨਾਲ ਜਿਹੜੀ ਜੁਡੀਸ਼ਰੀ ਆ ਉਹ ਵੀ ਹੁਣ ਕੌਸ਼ੀਅਸ ਹੋ ਗਈ ਹੈ ਜੀ, ਜ਼ਰੂਰ ਖੁੱਲਣਗੀਆਂ ਰਿਪੋਰਟਾਂ, ਉਹਨਾਂ ਦੇ ਵੀ ਦਬਾਅ ਹੈਗਾ, ਪ੍ਰੈਸ਼ਰ ਹੈਗਾ। ਤੇ ਜਿਹੜੀ ਸੇਖੋਂ ਸਾਹਿਬ ਨੇ ਮਿਸਾਲ ਲੈ ਕੇ ਲੋਕਾਂ ਨੂੰ ਫੜਾਈ ਹੈ ਕਿ ਵੀ ਤੁਸੀਂ ਇਹ ਪੰਜਾਬ ਦਾ ਮਸਲਾ ਹੈਗਾ, ਇਹਨੂੰ ਲੈ ਕੇ ਅੱਗੇ ਚੱਲੋ, ਇਹ ਹੁਣ ਕਿਸਾਨ ਮੋਰਚੇ ਵਾਂਗੂ ਵਧੂਗਾ ਜੀ, ਇਹ ਘਟੂਗਾ ਨਹੀਂ, ਵਧੂਗਾ। ਉਹਨੂੰ ਅਰੈਸਟ ਕਰਨ ਦਾ ਤਾਂ ਮਤਲਬ ਇੱਕ ਅਸੀਂ ਇੱਕ ਹੋਰ ਇਸ਼ੂ ਕ੍ਰੀਏਟ ਕਰ ਲਿਆ ਕਿ ਜੀ ਲੋਕਾਂ ਨੂੰ ਇਹ ਮੈਸੇਜ ਆ ਰਿਹਾ ਕਿ ਜੀ ਆਵਾਜ਼ ਨੂੰ ਦਬਾਇਆ ਜਾ ਰਿਹਾ, ਆਵਾਜ਼ ਨੂੰ ਦਬਾਇਆ ਜਾ ਰਿਹਾ, ਉਹਦੀ ਬੇਬਾਕੀ ਨੂੰ ਦਬਾਇਆ ਜਾ ਰਿਹਾ, ਜਿਹੜਾ ਕਿ ਲੋਕਾਂ ਦੇ ਵਿੱਚ ਹੋਰ ਅਗਰੈਸ਼ਨ ਪੈਦਾ ਕਰੇਗਾ। ਇਹ ਮੇਰੇ ਹਿਸਾਬ ਨਾਲ ਅਨਐਥੀਕਲ ਲੱਗਦਾ, ਅਨਜਸਟੀਫਾਈਡ ਲੱਗਦਾ। ਇੰਨੀ ਜ਼ਰੂਰਤ ਨਹੀਂ ਸੀ, ਉਹ ਕੋਈ ਕ੍ਰਿਮੀਨਲ ਥੋੜੀ ਹੈਗਾ ਜੀ, ਉਹ ਇੱਕ ਕ੍ਰਿਮੀਨਲ ਨਹੀਂ ਹੈ, ਉਹ ਇੱਕ ਪੰਜਾਬ ਦੀ ਆਵਾਜ਼ ਨੂੰ ਚੁੱਕ ਰਿਹਾ ਹੈ। ਮੇਰੇ ਹਿਸਾਬ ਨਾਲ ਇਹਨੂੰ ਇਨਕਰੇਜ ਕਰਨਾ ਚਾਹੀਦਾ ਵੀ ਹਾਂ ਜੀ ਤੁਸੀਂ ਜਿਹੜੇ ਬਰਨਿੰਗ ਇਸ਼ੂਜ਼ ਹੈਗੇ ਆ, ਜਿਹੜੇ ਕੰਸਰਨਿੰਗ ਇਸ਼ੂਜ਼ ਆ, ਉਹ ਲਿਆ ਕੇ ਤੁਸੀਂ ਟੇਬਲ ਤੇ ਰੱਖੋ। ਉਹਦਾ ਮੈਥਡ ਹੋਰ ਹੋ ਸਕਦਾ ਹੈ, ਕੱਲ ਨੂੰ ਕੋਰਟ ਉਹਨੂੰ ਡਾਇਰੈਕਟ ਕਰ ਸਕਦੀ ਹੈ, ਆਨਰੇਬਲ ਕੋਰਟ, ਕਿ ਜੀ ਤੁਸੀਂ ਪਟੀਸ਼ਨ ਫਾਈਲ ਕਰ ਦਿਓ ਇਹਦੀ ਜੋ ਤੁਹਾਡੇ ਗ੍ਰੀਵੈਂਸਸ ਹੈਗੇ ਆ, ਬਜਾਏ ਤੁਸੀਂ ਮਤਲਬ ਵੀਡੀਓ 'ਚ ਕਹਿਣ ਦੇ ਤੁਸੀਂ ਮੈਨੂੰ ਦੇ ਦਿਓ, ਅਸੀਂ ਉਹਨੂੰ ਫਾਸਟ ਟਰੈਕ ਤੇ ਹੀਅਰਿੰਗ ਕਰ ਲੈਂਦੇ ਹਾਂ ਉਹਦੀ। ਤੇ ਕੋਰਟ ਦਾ ਵੀ ਇੱਕ ਦਾਇਤਵ ਬਣਦਾ ਹੈ ਕਿ ਉਹ ਅਗਰ ਪੰਜਾਬ ਦੇ ਵਿੱਚ ਹਾਏ ਦਵਾਈ ਮਚ ਰਹੀ ਹੈ ਤੇ ਉਹਨਾਂ ਨੂੰ ਉਹਦਾ ਇੱਕ ਵਾਰ ਵਿਊ ਤਾਂ ਲੈਣ ਵੀ ਹੋ ਕੀ ਰਿਹਾ ਹੈ। ਅਦਰਵਾਈਜ਼ ਫ੍ਰੀ ਫॉर ਆਲ ਹੋ ਜਾਏਗਾ ਜੀ, ਤਾਂ ਹਰ ਬੰਦਾ ਘਰ ਤੋਂ ਉੱਠ ਕੇ ਚੱਲ ਪਏਗਾ ਕਿ ਜੀ ਇਹ ਵੀ ਗਲਤ ਹੈ, ਇਹ ਵੀ ਗਲਤ ਹੈ, ਇਹ ਵੀ ਗਲਤ ਹੈ, ਕੋਈ ਕਿਸੇ ਨੂੰ ਸੁਣਨ ਨੂੰ ਤਿਆਰ ਨਹੀਂ ਹੋਏਗਾ। ਅਸੀਂ ਉਸ ਸਿਚੁਏਸ਼ਨ ਨੂੰ ਦੇਖੀਏ, ਇੱਕ ਬਹੁਤ ਵੱਡਾ ਸਾਡੀ ਲਾਰਜੈਸਟ ਡੈਮੋਕ੍ਰੇਸੀ ਇਨ ਦੀ ਵਰਲਡ ਹੈਗੀ ਹੈ ਜੀ, ਇਹਨੂੰ ਇਦਾਂ ਕੈਜੂਅਲੀ ਨਾ ਲਈਏ। ਸਾਰਿਆਂ ਦਾ ਫਰਜ਼ ਬਣਦਾ, ਸੁਸਾਇਟੀ ਦਾ ਵੀ ਫਰਜ਼ ਬਣਦਾ ਕਿ ਅਸੀਂ ਡਿਸਿਪਲਿਨ 'ਚ ਰਹੀਏ। ਤੇ ਜਿਹੜੇ ਸਾਡੇ ਬਿਊਰੋਕਰੇਟਸ ਹੈਗੇ ਆ, ਸਾਡੇ ਜੁਡੀਸ਼ਰੀ ਹੈਗੀ, ਸਾਡੇ ਪੋਲੀਟੀਸ਼ੀਅਨਸ ਹੈਗੇ, ਉਹਨਾਂ ਦੀ ਵੀ ਡਿਊਟੀ ਬਣਦੀ ਹੈ ਕਿ ਅਸੀਂ ਲੋਕਾਂ ਦੀ ਜਿਹੜੀ ਐਕਸਪੈਕਟੇਸ਼ਨ ਹੈ ਉੱਤੇ ਖਰੇ ਉਤਰੀਏ। ਤੇ ਸਰਕਾਰਾਂ ਬਦਲਣ ਨਾਲ ਨਹੀਂ ਕੁਝ ਹੋਣਾ, ਇਹਦਾ ਸਿਸਟਮ ਬਦਲਣਾ ਹੋਣਾ, ਸਿਸਟਮ ਬਦਲਣਾ ਪੈਣਾ। ਸਰਕਾਰਾਂ ਦਾ ਉਹੀ ਹੈ, ਬੰਦੇ ਟੁੱਟ ਗਏ, ਉਧਰ ਚਲੇ ਗਏ, ਨੈਟ ਸ਼ੈਲ ਦੇ ਵਿੱਚ ਉਹੀ ਬੰਦੇ ਰਹਿੰਦੇ ਆ ਜਿਹੜੇ ਗਵਰਨ ਕਰਦੇ ਆ, ਤੇ ਭਾਈ ਭਤੀਜਾਵਾਦ ਵੀ ਰਹਿੰਦਾ ਜੀ ਉਸ ਦੇ ਵਿੱਚ। ਮੇਰੇ ਹਿਸਾਬ ਨਾਲ ਸਾਨੂੰ ਅੱਜ ਟਾਈਮ ਆ ਗਿਆ ਕਿ ਅਗਰ ਸਮਾਜ ਨੂੰ ਅਸੀਂ ਸਿਰਜਣਾ ਹੈਗਾ ਜੀ, ਇਹਨੂੰ ਐਥੀਕਲ ਵੇ ਨਾਲ ਹੀ ਸਿਰਜਿਆ ਜਾ ਸਕਦਾ ਹੈ, ਤਰੀਕੇ ਨਾਲ ਹੀ ਸਿਰਜਿਆ ਜਾ ਸਕਦਾ, ਔਰ ਹਰ ਬੰਦਾ ਇੱਕ ਆਪਣਾ ਜਿਹੜਾ ਉਹਦਾ ਬੰਦਾ ਹੈ ਉਹ ਡਿਲੀਵਰ ਕਰੇ, ਅਕਾਊਂਟੇਬਿਲਟੀ ਤੇ ਆਵੇ ਬੰਦਾ।
ਆਪਣਾ ਸਕੋਰ ਕਾਰਡ ਰੱਖੇ। ਜੁਡੀਸ਼ਰੀ ਦਾ ਵੀ ਸਕੋਰ ਕਾਰਡ ਹੁੰਦਾ ਹੈ ਜੀ ਕਿ ਮੈਂ ਮੇਰੇ ਕੋਲ ਇੰਨੇ ਕੇਸ ਸੀਗੇ, ਮੈਂ ਇੱਦਾਂ ਦੇ ਇਹਨੂੰ ਜਸਟੀਫਾਈ ਕੀਤੇ ਹੈਗੇ ਹੈ ਨਾ। ਇਹ ਹੁਣ ਇੱਕ ਰੀਸੈਂਟਲੀ ਇੱਕ ਸੈਂਟਰ ਗਵਰਨਮੈਂਟ ਨੇ ਆਨਰੇਬਲ ਸੁਪਰੀਮ ਕੋਰਟ ਦੇ ਵਿੱਚ ਇੱਕ ਸੀਲਬੰਦ ਲਿਫਾਫਾ ਭੇਜਿਆ ਜਿਹੜਾ ਇੱਕ ਕਾਰਪੋਰੇਟ ਦੇ ਫਰਾਡ 'ਚ ਹੋਇਆ, ਠੀਕ ਹੈ ਨਾ ਜੀ। ਸੁਪਰੀਮ ਕੋਰਟ ਨੇ ਮਨਾ ਕਰਤਾ ਲੈਣ ਨੂੰ ਕਿ ਸੀਲਡ ਨਹੀਂ ਚਾਹੀਦਾ, ਮੈਨੂੰ ਓਪਨ ਦਿਓ ਤੁਸੀਂ, ਤੁਹਾਡੀ ਕੋਈ ਰਿਪੋਰਟ ਹੈ, ਤੁਹਾਡੀ ਕੋਈ ਰਿਕਮੈਂਡੇਸ਼ਨਸ ਹੈਗੀਆਂ, ਕੁਝ ਨੋਮੀਨੇਸ਼ਨਸ ਹੈਗੀਆਂ, ਮੈਨੂੰ ਓਪਨ ਦਿਓ ਤੁਸੀਂ। ਕੋਰਟ ਨੇ ਆਊਟਰਾਈਟਲੀ ਰਿਜੈਕਟ ਕਰਤਾ ਕਿ ਜੀ ਵੀ ਵਿਲ ਨਾਟ ਐਕਸੈਪਟ ਐਨੀ ਸੀਲਡ ਲਿਫਾਫਾ, ਇਹ ਬੰਦ ਕਰੋ। ਇਹ ਚੀਜ਼ ਇੱਥੇ ਅਪਲਾਈ ਹੁੰਦਾ ਜੀ, ਜੇ ਸੁਪਰੀਮ ਕੋਰਟ ਦਾ ਵੱਡੀ ਹਾਈ ਕੋਰਟ ਨਾਲੋਂ, ਤੇ ਇਹਨਾਂ ਨੂੰ ਵੀ ਲਿਫਾਫੇ ਖੋਲ ਲੈਣੇ ਚਾਹੀਦੇ ਇਮੀਡੀਏਟਲੀ। ਇਹਨਾਂ ਨੂੰ ਮੈਸੇਜ ਇਹੀ ਹੈ। ਰੀਜ਼ਨ ਕੀ ਹੈਗਾ ਕਿ ਲਿਫਾਫਿਆਂ ਨੂੰ ਬੰਦ ਕਰਕੇ ਕਿਉਂ ਦਿੱਤਾ ਜਾਂਦਾ? ਫਿਰ ਲਿਫਾਫਿਆਂ ਦੇ ਵਿੱਚ ਬੰਦ ਕਰਕੇ ਇਹ ਹੁੰਦਾ ਹੈ ਜੀ ਕਿ ਇਹਦੇ ਵਿੱਚ ਜਦੋਂ ਵੱਡੇ ਵੱਡੇ ਮਗਰਮੱਛਾਂ ਦੇ ਨਾਮ ਆ ਜਾਣ, ਜਿਹੜੇ ਡਿਸੀਜਨ ਮੇਕਰ ਹੈ, ਲਾਅ ਮੇਕਰ ਹੈ, ਉਹਨਾਂ ਦੇ ਨਾਮ ਆ ਜਾਣ, ਫਿਰ ਉਹ ਲਿਫਾਫੇ ਬੰਦ ਕਰ ਦਿੰਦੇ ਆ ਜੀ। ਓਕੇ। ਫਿਰ ਇਹ ਹੈ ਵੀ ਜਿਸ ਜੱਜ ਦੇ ਬੈਂਚ ਤੇ ਲੱਗਿਆ ਜੀ, ਜਾਂ ਤਾਂ ਉਹ ਆਪਣੀ ਬਦਲੀ ਕਰਾ ਲੂਗਾ ਜਾਂ ਬੈਂਚ ਤੋਂ ਵਿਡਰਾਅ ਕਰ ਲੂਗਾ ਆਪਣੇ ਆਪ ਨੂੰ। ਉਹ ਟਾਈਮ ਬਾਇੰਗ ਹੈਗੀ ਹੈ, ਵੀ ਡਿਲੇ ਕਰਦੇ ਜਾਓ ਇਹਨੂੰ, ਸਮਾਂ ਨਿਕਲਦਾ ਜਾਏਗਾ। ਉਸ ਟਾਈਮ ਕੋਈ ਸਰਕਾਰ ਵੀ ਚੇਂਜ ਹੋ ਜਾਏਗੀ, ਬਿਊਰੋਕਰੇਟਸ ਵੀ ਰਿਟਾਇਰ ਹੋ ਜਾਣਗੇ, ਜੱਜਸ ਵੀ ਰਿਟਾਇਰ ਹੋ ਜਾਣਗੇ, ਉਹਨੂੰ ਟਾਈਮ ਬਾਏ ਕਰ ਰਹੇ ਆ। ਤੇ ਇਹ ਇੱਕ ਮੋਡਸ ਆਪਰੈਂਡੀ ਨਹੀਂ ਜ਼ਿਆਦਾ ਚੱਲੇਗੀ ਜੀ। ਲੋਕ ਬਹੁਤ ਮੈਂ ਇੱਕ ਮਤਲਬ ਡਿਫੈਂਸ ਫਾਰਮਰ ਫੈਮਿਲੀ ਨੂੰ ਬਿਲੋਂਗ ਕਰਦਾ ਹਾਂ। ਅਸੀਂ ਇੱਕ ਡਿਸਿਪਲਿਨ ਵੇ ਨਾਲ ਪ੍ਰੋਟੈਸਟ ਕਰਿਆ, ਜਿੱਥੇ ਵੀ ਕਰਿਆ, ਬਹੁਤ ਡਿਸਿਪਲਿਨ ਵੇ ਨਾਲ ਔਰ ਲੀਗਲ ਵੇ ਨਾਲ। ਔਰ ਤੁਹਾਨੂੰ ਇੱਕ ਚੀਜ਼ ਦੱਸ ਦਿੰਦਾ, ਤੁਸੀਂ ਇੱਕ ਵੀਡੀਓ ਸੁਣੀ ਹੋਣੀ ਜਿਹੜੀ ਉਹਨੂੰ ਮੰਤਰੀ ਉਹਨੂੰ ਸਨੱਬ ਕਰਨ ਦੀ ਕੋਸ਼ਿਸ਼ ਕਰ ਰਿਹਾ, ਮੰਤਰੀ ਨੂੰ ਧਮਕੀਆਂ ਦੇ ਰਿਹਾ ਕਿ ਤੈਨੂੰ ਮੈਂ ਦੇਖ ਲਵਾਂ, ਤੈਨੂੰ ਮੈਂ ਮਿਧ ਦਿਆਂਗਾ। ਤੇ ਉਹ ਸੇਖੋਂ ਸਾਹਿਬ ਕਹਿ ਰਹੇ ਨੇ ਕਿ ਜੀ ਮੈਂ ਤਾਂ ਕੋਰਟ ਦੇ ਆਰਡਰ ਨੂੰ ਕੰਪਲਾਈ ਕਰ ਰਿਹਾ, ਮੈਂ ਕੋਈ ਗਲਤ ਨਹੀਂ ਕਰ ਰਿਹਾ, ਠੀਕ ਹੈ ਨਾ। ਉਹ ਕਹਿੰਦਾ ਕੋਰਟ ਨੂੰ ਛੱਡ, ਤੂੰ ਮੇਰੀ ਸੁਣ, ਮੈਂ ਕੀ ਕਹਿ ਰਿਹਾ। ਮਤਲਬ ਆਪਣੇ ਆਪ ਨੂੰ ਕੋਰਟ ਤੋਂ ਵੱਡਾ ਸ਼ੋਅ ਕਰ ਰਿਹਾ ਹੈ ਉਹ। ਉਸ ਤੋਂ ਬਾਅਦ ਜਿਹੜਾ ਉਹਦਾ ਲਾਸਟ ਵਰਡ ਹੈਗਾ ਉਸ ਵੀਡੀਓ ਦਾ, ਉਹ ਕਹਿੰਦਾ, ਸੇਖੋਂ ਸਾਹਿਬ ਕਹਿੰਦਾ ਨਹੀਂ ਜੀ ਇਹ ਪੋਸੀਬਲ ਨਹੀਂ ਹੈਗਾ। ਜਦੋਂ ਨੇ ਐਡੀ ਵੱਡੀ ਕਹਿਤੀ ਗੱਲ ਵੀ ਇਹ ਪੋਸੀਬਲ ਨਹੀਂ ਹੈਗਾ, ਇਟ ਮੀਨ ਹੀ ਸਟੂਡ ਵਿਦ ਦੀ ਕੋਰਟ, ਵਿਦ ਦੀ ਆਰਡਰ ਆਫ ਕੋਰਟ। ਕੋਰਟ ਨੂੰ ਤਾਂ ਵੈਸੇ ਉਹਦੀ ਹੈਲਪ ਕਰਨੀ ਚਾਹੀਦੀ ਜੀ। ਉਹਨੂੰ ਕੰਟੈਂਪਟ ਆਫ ਕੋਰਟ 'ਚ ਫਸਾਉਣ ਨਾਲ ਤਾਂ ਉਹਨੂੰ ਬਲਕਿ ਉਲਟੀ ਸਜ਼ਾ ਮਿਲ ਰਹੀ ਹੈ ਕਿ ਤੂੰ ਕੋਰਟ ਦੀ ਮਦਦ ਵੀ ਕਰ ਰਿਹਾ ਤੇ ਕੋਰਟ ਤੈਨੂੰ ਇਹ ਤੈਨੂੰ ਇਨਾਮ ਦੇ ਰਹੀ ਹੈ। ਮੇਰੇ ਹਿਸਾਬ ਨਾਲ ਕਿਤੇ ਡਾਈਜੈਸਟ ਨਹੀਂ ਹੋ ਰਿਹਾ ਜੀ ਕਿਸੇ ਨੂੰ। ਬੀਇੰਗ ਏ ਪ੍ਰੋਫੈਸ਼ਨਲ, ਬੀਇੰਗ ਏ ਲਿਟਰੇਟ ਪਰਸਨ, ਸਾਨੂੰ ਵੀ ਐਕਸੈਪਟ ਨਹੀਂ ਹੋ ਰਿਹਾ ਵੀ ਇਹ ਇਦਾਂ ਕਿੰਨਾ ਹੋ ਸਕਦਾ, ਕਿਉਂ ਹੋ ਸਕਦਾ। ਤੁਹਾਨੂੰ ਨਹੀਂ ਲੱਗਦਾ ਵੀ ਕੋਰਟ ਸਿਸਟਮ ਜਿਹੜਾ ਹੈਗਾ ਆ ਸਾਡਾ, ਉਹਦੇ ਉੱਤੇ ਵੀ ਜਿਹੜੇ ਆਪਾਂ ਕਹਿ ਲਈਏ ਕਿ ਵੱਡੇ ਮਗਰਮੱਛ ਬੈਠੇ ਆ, ਉਹਨਾਂ ਦੀ ਜਿੱਦਾਂ ਕਿ ਸ਼ਿਕੰਜੇ ਕੱਸੇ ਹੋਣਗੇ, ਜਿਹੜਾ ਉਹ ਵੀ ਨਹੀਂ ਇਸ ਚੀਜ਼ ਨੂੰ ਨਿਆਂ ਦੇ ਸਕਦੇ? ਇਹ ਉਹੀ ਚੀਜ਼ ਹੈ ਜੀ, ਇਹ ਇੱਕ ਕਰਪਸ਼ਨ ਦਾ ਹੀ ਪਾਰਟ ਹੈਗਾ। ਕਰਪਸ਼ਨ ਤੇ ਕ੍ਰਾਈਮ ਇਕੱਠੇ ਚੱਲਦੇ ਨੇ। ਕਰਪਸ਼ਨ ਤੇ ਕ੍ਰਾਈਮ ਇਕੱਠੇ ਹੀ ਚੱਲਦੇ ਨੇ ਜੀ। ਇਨਜਸਟਿਸ ਵੀ ਇਹਦੇ ਨਾਲ ਹੀ ਹੈ। ਜਦੋਂ ਕਰਪਸ਼ਨ ਹੋਏਗੀ ਤਾਂ ਇਨਜਸਟਿਸ ਵੀ ਹੋਏਗਾ ਕਿਸੇ ਨਾ ਕਿਸੇ ਨਾਲ। ਤੇ ਜਿਨ੍ਹਾਂ ਨੂੰ ਇਹ ਲਾਲਚ ਦਿਆ ਜਾਂਦਾ ਕਿ ਤੁਹਾਨੂੰ ਜੀ ਹਾਈ ਕੋਰਟ ਤੋਂ ਅਸੀਂ ਸੁਪਰੀਮ ਕੋਰਟ ਦੇ ਜੱਜ ਐਲੀਵੇਟ ਕਰ ਦਾਂਗੇ, ਉਸ ਤੋਂ ਬਾਅਦ ਤੁਹਾਨੂੰ MP ਵੀ ਬਣਾ ਦਾਂਗੇ, ਮੈਂਬਰ ਪਾਰਲੀਮੈਂਟ ਬਣਾ ਦਾਂਗੇ, ਰਾਜ ਸਭਾ ਦੇ ਮੈਂਬਰ ਬਣਾ ਦਾਂਗੇ, ਫਿਰ ਉਹ ਇੱਕ ਲਾਲਸਾ, ਇੱਕ ਲਾਲਚ ਵੱਧਦਾ ਚਲੇ ਜਾਂਦਾ। ਫਿਰ ਉਹ ਉਹੀ ਫੋਲੋ ਕਰਦੇ ਨੇ ਜੋ ਉਹਨਾਂ ਦੇ ਮਾਈ ਲਾਰਡ ਜਾਂ ਮਾਈ ਬਾਪ ਕਹਿੰਦੇ ਨੇ। ਉਸ ਹਿਸਾਬ ਨਾਲ ਉਸ ਲੈ ਸਾਰੇ ਨਹੀਂ, ਮੈਂ ਕਹਿ ਰਿਹਾ ਸਾਰੀ ਜੁਡੀਸ਼ਰੀ ਇਹੋ ਜਿਹੀ ਨਹੀਂ ਹੈ। ਅਸੀਂ ਕਈ ਵਾਰ ਅਪੀਅਰ ਹੋਏ, ਸਾਨੂੰ ਬਹੁਤ ਜਸਟਿਸ ਮਿਲਿਆ, ਇਦਾਂ ਨਹੀਂ ਹੈਗਾ। ਮੈਂ ਕਈ ਕੇਸਿਸ ਦੇ ਵਿੱਚ ਐਜ਼ ਏ ਵਿਟਨੈਸ ਵੀ ਗਿਆ, ਐਜ਼ ਏ ਰਿਪਰੈਜ਼ੈਂਟੇਟਿਵ ਵੀ ਗਿਆ। ਸਾਨੂੰ ਇਦਾਂ ਨਹੀਂ ਲੱਗਿਆ ਕਿ ਉੱਥੇ ਕੋਈ ਸਾਰਾ ਕੁਝ ਹੀ ਗਲਤ ਹੈਗਾ। ਬਹੁਤ ਸਾਰੇ ਜੱਜਸ ਬੜੇ ਮਤਲਬ ਈਵਨ ਬੜੇ ਪੋਲਾਈਟ ਹੈਗੇ ਆ, ਬੜੇ ਪੋਲਾਈਟਲੀ ਪੁੱਛਦੇ ਨੇ ਵੀ ਤੁਸੀਂ ਤੁਹਾਨੂੰ ਦੱਸੋ ਜੀ ਤੁਹਾਡਾ ਕੇਸ ਕੀ ਹੈਗਾ। ਮੰਨ ਲਓ ਸੇਖੋਂ ਸਾਹਿਬ ਅੱਜ ਯੰਗ ਏਜ ਦੇ ਵਿੱਚ ਹੁੰਦੇ ਔਰ ਇਸ ਸਿਸਟਮ ਦੇ ਵਿੱਚ ਵਿਚਰਦੇ ਹੁੰਦੇ, ਉਹਨਾਂ ਨੇ ਉਹਨੂੰ ਬਾਹਰ ਚਲੇ ਜਾਣਾ ਸੀਗਾ ਕਿ ਛੱਡੋ ਯਾਰ ਮੈਨੇ ਇੱਥੇ ਕੀ ਲੈਣਾ। ਲੇਕਿਨ ਉਹ ਇਸ ਲੈਵਲ ਤੇ ਪਹੁੰਚ ਗਏ ਕਿ ਉਹਨੂੰ ਯਾਦ ਆ ਗਈ ਕਿ ਨਹੀਂ ਯਾਰ ਮੈਂ ਤਾਂ ਬਲਕਿ ਉਲਟਾ ਆਪਣੀ ਬੇਟੀ ਨੂੰ ਬੁਲਾਵਾਂਗਾ ਇੱਥੇ। ਇਹ ਸਾਰਾ ਕੁਝ ਮਿਸ ਹੋ ਰਿਹਾ। ਪੰਜਾਬ ਨੂੰ ਤਾਂ ਸੰਭਾਲਣਾ ਮੁਸ਼ਕਲ ਹੈ ਇਦਾਂ, ਜੇ ਲੋਕ ਖਾ ਜਾਣਗੇ ਇਦਾਂ ਦਾ। ਬਲਕਿ ਉਹਦੀ ਕੁਰਬਾਨੀ ਦੇਖੋ ਨਾ ਜੀ। ਉਹ ਕਹਿ ਰਿਹਾ ਜੀ ਇਸ ਤੋਂ ਬਾਅਦ ਮੇਰਾ ਬੇਟਾ ਆਏਗਾ, ਉਸ ਤੋਂ ਬਾਅਦ ਉਹਨਾਂ ਦੀ ਧਰਮ ਪਤਨੀ ਆਣਗੇ। ਤੇ ਐਡੀ ਕੁਰਬਾਨੀ ਦੇ ਵਿੱਚ ਤਾਂ ਸੁਪਰੀਮ ਕੋਰਟ ਕਿਹਾ ਸਾਰੇ ਨੂੰ ਹੀ ਇੱਕ ਵਾਰ ਪੋਲਾਈਟ ਵਿਊ ਲੈਣਾ ਚਾਹੀਦਾ ਕਿ ਉਹਨੂੰ ਹੀ ਮਸਟ ਬੀ ਹੀਅਰਡ, ਹੀ ਮਸਟ ਬੀ ਹੀਅਰਡ, ਹਿਸ ਗ੍ਰੀਵੈਂਸਸ ਮਸਟ ਬੀ ਹੀਅਰਡ। ਔਰ ਉਹ ਕੱਲਾ ਨਹੀਂ, ਹੁਣ ਪੰਜਾਬ ਦੀ ਆਵਾਜ਼ ਬਣ ਚੁੱਕੇ ਆ ਜੀ। ਬਹੁਤ ਵੱਡੇ ਲੈਵਲ ਤੇ ਉਹ ਪੰਜਾਬ ਦੀ ਆਵਾਜ਼ ਬਣ ਚੁੱਕੇ ਆ। ਉਹ ਹੁਣ DSP ਸੇਖੋਂ ਨਹੀਂ ਹੈ ਜੀ, ਉਹ ਪੰਜਾਬ ਦੇ ਵਾਰਸ ਬਣ ਕੇ ਨਿਖਰਨਗੇ ਉਹ। ਔਰ ਤੁਹਾਨੂੰ ਮੈਂ ਯਕੀਨ ਦਵਾਨਾ, ਜਿਹੜੀ ਉਹ ਵੀਡੀਓ ਉਹਦੀ ਮੰਤਰੀ ਦੇ ਨਾਲ ਹੋਈ ਹੈ, ਜਿਹੜੇ ਉਹਨਾਂ ਕਿਹਾ ਕਿ ਲਾਸਟ ਵਰਡ ਕਿਹਾ ਕਿ ਜੀ ਇਹ ਪੋਸੀਬਲ ਨਹੀਂ ਹੈਗਾ, ਮੈਨੂੰ ਯਕੀਨ ਹੈ ਕਿ ਆਉਣ ਵਾਲੇ 8-10 ਸਾਲ ਦੇ ਵਿੱਚ ਪੁਲਿਸ ਟ੍ਰੇਨਿੰਗ ਸਕੂਲਾਂ 'ਚ ਇਹ ਪੜ੍ਹਾਈ ਜਾਊਗੀ ਕਿ ਜੀ ਇਦਾਂ ਦੀ ਹੁੰਦੀ ਹੈ ਡਿਊਟੀ ਕਰਨੀ ਹੁੰਦੀ, ਸਰਕਾਰੀ ਡਿਊਟੀ ਇਦਾਂ ਹੁੰਦੀ ਹੈ। ਤੁਹਾਨੂੰ ਮੰਤਰੀ ਵੀ ਕੋਈ ਗਲਤ ਕੰਮ ਕਰ ਕਿ ਜੀ ਮੈਂ ਨਹੀਂ ਕਰਨਾ ਇਹ। ਤੁਹਾਨੂੰ ਲੱਗਦਾ ਹੈ ਕਿ ਉਹ ਦਿਨ ਪੰਜਾਬ ਦੇ ਵਿੱਚ ਆਉਣਗੇ ਕਿ ਇਦਾਂ ਦੇ ਜਿਹੜੇ ਸਬਜੈਕਟ ਹੈਗੇ ਆ, ਇਹ ਚੀਜ਼ਾਂ ਜਿਹੜੀਆਂ ਆ ਐਗਜ਼ਾਮਪਲ ਦੇ ਕੇ ਤੇ ਬੱਚਿਆਂ ਨੂੰ ਪੜ੍ਹਾਈਆਂ ਜਾਣਗੀਆਂ? ਦੇਖੋ ਜੀ ਅੱਜ ਅਸੀਂ ਪੜ੍ਹ ਹੀ ਰਹੇ ਹਾਂ, ਅੱਜ ਪੜ੍ਹ ਨਹੀਂ ਕਿ ਜੀ ਸ਼ਿਵਾਜੀ ਮਰਾਠਾ ਨੇ ਇਹ ਕੀਤਾ ਜੀ, ਰਾਜਾ ਆਪਣਾ ਰਣਜੀਤ ਸਿੰਘ ਜੀ ਨੇ ਇਦਾਂ ਕੀਤਾ, ਉਹ ਅੱਜ ਪੜ੍ਹਾਈ ਜਾਂਦੇ ਸਾਨੂੰ ਜੀ। ਮਤਲਬ ਇਹਦਾ ਬਹੁਤ ਜਲਦੀ। ਔਰ ਪੰਜਾਬ ਦਾ ਜਿਹੜਾ ਪੁਲਿਸ ਦਾ ਲੋਗੋ ਹੈ ਉਸ ਤੇ ਤਾਂ ਲਿਖਿਆ ਹੋਇਆ ਕਿ ਜੀ ਸ਼ੁਭ ਕਰਮਨ ਤੇ ਕਵੀ ਨਾ ਟਰੋ, ਗੁਰਬਾਣੀ ਦੀਆਂ ਤੁਕਾਂ ਨੇ ਉਹਦੇ ਵਿੱਚ।
ਉਹ ਮਤਲਬ ਮੈਂ ਵੀ ਚੰਗੇ ਕੰਮ ਵਾਸਤੇ ਮੈਂ ਤਾਂ ਪਿੱਛੇ ਨਹੀਂ ਹਟਾਂਗਾ। ਤੇ ਸੇਖੋਂ ਸਾਹਿਬ ਨੇ ਸ਼ਾਇਦ ਉਹਨੂੰ ਹੀ ਫੋਲੋ ਕਰ ਲਿਆ। ਉਹ ਵੈਸੇ ਵੀ ਉਹ ਬਾਬੇ ਨਾਨਕ ਦੀ ਫਿਲਾਸਫੀ 'ਚ ਬਿਲੀਵ ਕਰਦੇ ਨੇ ਕਿ ਮੈਂ ਨਾ ਕਿਸੇ ਨਾਲ ਇਨਜਸਟਿਸ ਕਰਾਂਗਾ ਨਾ ਮੈਂ ਸਹਿਨ ਕਰਾਂਗਾ, ਦੋਨੇ ਪਾਸੇ ਹੈਗੇ। ਬਿਨਾਂ ਉਹਦੀ ਜਿੰਨੀ ਵੀ ਇੰਟਰੈਕਸ਼ਨ ਹੋਈ ਹੈ ਮੈਂ ਤਾਂ ਸਮਝਿਆ ਕਿ ਉਹ ਕਲੀਅਰ ਹਾਰਟਡ ਪਰਸਨ ਹੈ। ਹਾਂ, ਬੇਬਾਕੀ ਨਾਲ ਬੋਲਦੇ ਆ, ਉਹ ਉਹਨਾਂ ਦਾ ਇੱਕ ਲਹਿਜਾ ਹੈ, ਉਹ ਪੁਲਿਸ ਤੋਂ ਆਏ ਆ, ਉਹ ਇੱਕ ਲਹਿਜਾ ਹੈਗਾ। ਹਾਂ, ਜੇ ਉਹੀ ਚੀਜ਼ ਨੂੰ ਅੰਗਰੇਜ਼ੀ 'ਚ ਕਹਿ ਦੇਣ ਸ਼ਾਇਦ ਉਹ ਐਕਸੈਪਟੇਬਲ ਹੈਗੀ ਹੈ, ਜਿਹਨੂੰ ਪੰਜਾਬੀ 'ਚ ਕਹਿੰਦੇ ਆ ਉਹ ਐਕਸੈਪਟੇਬਲ ਨਹੀਂ ਹੈਗੀ। ਕਿਉਂਕਿ ਇਹ ਪੰਜਾਬੀ ਦੇ ਅਗੇਂਸਟ ਵੀ ਬੜਾ ਭਾਰੀ ਉਹ ਚੱਲ ਰਿਹਾ ਨਾ ਅੱਜ ਕੱਲ੍ਹ। ਪੰਜਾਬੀ ਨੂੰ ਕਿੱਦਾਂ ਸਲੱਬ ਕਰਨਾ ਹੈਗਾ, ਪੰਜਾਬੀ ਨੂੰ ਫਲੋਰਿਸ਼ ਕਰਨਾ ਜ਼ਰੂਰੀ ਹੈਗਾ। ਪੰਜਾਬੀ ਇੱਕ ਖੜੀ ਬੋਲੀ ਹੈਗੀ ਆ, ਕਾਫੀ ਲਫ਼ਜ਼ ਜਿਹੜੇ ਹੈਗੇ ਖੜੀ ਆਪਾਂ ਕਹਿ ਲਈਏ ਕਿ ਉਹਦੇ ਵਿੱਚ ਮੀਨਿੰਗ ਤਾਂ ਉਹੀ ਹੁੰਦਾ ਆ, ਬਟ ਉਹ ਦੂਸਰੇ ਜਿਹੜੇ ਭਾਸ਼ਾ ਵਾਲੇ, ਹਿੰਦੀ ਵਾਲੇ ਜਾਂ ਉਹ ਇੰਗਲਿਸ਼ ਅੰਡਰਸਟੈਂਡ ਕਰਨ ਵਾਲੇ ਹੈਗੇ ਆ ਨਾ, ਉਹ ਫਿਰ ਉਸ ਨੂੰ ਸ਼ਾਇਦ ਮਤਲਬ ਦੂਜੇ ਪਾਸੇ ਲੈ ਜਾਂਦੇ ਹੋਣਗੇ ਵੀ ਜਿਹੜਾ ਉਹਨਾਂ ਨੂੰ ਜਿਹੜੇ ਪੰਜਾਬੀ ਨਾਲ ਫੈਮਿਲੀਅਰ ਨਹੀਂ ਨਾ ਜੀ, ਉਹ ਮੀਨਿੰਗ ਗਲਤ ਲੈ ਜਾਂਦੇ। ਜਿਹੜੇ ਪੰਜਾਬੀ ਨੂੰ ਜਾਣਦੇ ਉਹਨਾਂ ਨੂੰ ਸਮਝ ਆ ਜਾਂਦੀ ਹੈ ਕਿ ਅਗਰ ਅਸੀਂ ਕਿਸੇ ਨੂੰ ਕਹਿ ਰਹੇ ਹਾਂ ਕਿ ਜੀ ਉਹ ਬੰਦਾ ਕਰਪਟ ਹੈਗਾ ਜਾਂ ਉਹ ਬੰਦਾ ਕਰਪਟ ਦੀ ਜਗ੍ਹਾ ਕੋਈ ਹੋਰ ਵਰਡ ਬੇਈਮਾਨ ਕਹਿੰਦਾ ਜਾਂ ਕੁਝ ਕਰਦਾ ਹੈ, ਪੰਜਾਬੀ 'ਚ ਉਹ ਮੀਨਿੰਗ ਆ ਜਾਂਦੇ ਆ। ਉਹ ਫਿਰ ਕਹਿੰਦਾ ਜੀ ਮੈਂ ਤਾਂ ਇਹ ਬੜੇ ਇਲਜ਼ਾਮ ਲਾ ਰਿਹਾ, ਮੇਰੇ ਤੇ ਬਲੇਮ ਕਰ ਰਿਹਾ। ਮੈਨੂੰ ਬਲੇਮ ਨਹੀਂ ਕਰ ਰਿਹਾ ਬਈ। ਜੁਡੀਸ਼ਰੀ ਦੇ ਵਿੱਚ ਅਗਰ ਜਸਟਿਸ ਕਾਟ ਜੋ ਕਹਿ ਰਹੇ ਨੇ, ਜਿਹੜੇ ਸਿਸਟਮ ਦਾ ਪਾਰਟ ਰਹੇ ਨੇ ਕਿ ਜੀ 50% ਜੁਡੀਸ਼ਰੀ ਇਜ਼ ਕਰਪਟ, ਇਹਦਾ ਮਤਲਬ ਸਰਕਾਰ ਨੂੰ ਸੰਗਿਆਨ ਲੈਣਾ ਚਾਹੀਦਾ, ਨੋਟਿਸ ਲੈਣਾ ਚਾਹੀਦਾ ਇਹਦਾ ਵੀ ਯਾਰ ਇਹਨੂੰ ਕਿੱਦਾਂ ਠੀਕ ਕਰਨਾ ਹੈ। ਇਹਦਾ ਮਤਲਬ ਇਹ ਆਵਾਜ਼ ਆਈ, ਅੱਜ ਇੱਕ ਆਈ, ਕੱਲ ਨੂੰ ਦੂਜੀ ਆਈ। ਅੱਜ ਸੇਖੋਂ ਸਾਹਿਬ ਬੋਲੇ, ਤੁਹਾਨੂੰ ਕੀ ਪਤਾ ਕੱਲ ਨੂੰ ਸੇਖੋਂ ਸਾਹਿਬ ਦਾ ਕੋਈ ਡੀਜੀਪੀ ਜਾਂ ਆਈਜੀ ਜਾਂ ਐਸਐਸਪੀ ਰੈਂਕ ਦਾ ਬੰਦਾ ਵੀ ਆ ਜਾਵੇ, ਇਹ ਤਾਂ ਗਲਤ ਹੋ ਰਿਹਾ ਸਾਰਾ ਕੁਝ, ਫਿਰ ਕੀ ਕਰੋਗੇ? ਫਿਰ ਕੀ ਕਰੋਗੇ ਤੁਸੀਂ ਇਹ ਨਾ ਦੇਖੋ, ਪੁਲਿਸ ਦੇ ਵਿੱਚ ਵੀ ਇਹੋ ਜਿਹੇ ਬੰਦੇ ਆ ਜਿਹਨਾਂ ਦੀ ਆਵਾਜ਼ ਨੂੰ ਦਬਾਇਆ ਗਿਆ ਹੈ, ਉਹ ਬੋਲ ਨਹੀਂ ਪਾ ਰਹੇ ਬਿਕੋਜ਼ ਯੂਨੀਫਾਰਮ ਪਾਈ ਉਹਨਾਂ ਨੇ। ਠੀਕ ਹੈ ਨਾ ਜੀ, ਇਹ ਚੀਜ਼ਾਂ ਬਹੁਤ ਮੈਟਰ ਕਰਦੀਆਂ ਕਿ ਕੱਲ ਨੂੰ ਕੋਈ ਵੀ ਬੋਲ ਸਕਦਾ ਇਦਾਂ। ਤੇ ਇਹ ਚੀਜ਼ ਸਪਰੈਡ ਕਰੇਗੀ ਅੱਗੇ, ਮੈਸੇਜ ਲਾਊਡ ਐਂਡ ਕਲੀਅਰ ਹੈਗਾ। ਕੰਟੈਂਪਟ ਆਫ ਕੋਰਟ ਚਲੋ ਠੀਕ ਹੈ, ਉਹਦੀ ਜੋ ਵੀ ਅੱਗੇ ਪ੍ਰੋਸੀਜਰ ਹੈਗਾ ਉਹ ਲਾਇਰ ਨੋਜ਼ ਬੈਟਰ ਕਿ ਇਹਨੂੰ ਕਿੱਦਾਂ ਰਿਡਰੈਸ ਕਰਨਾ ਹੈਗਾ। ਤੇ ਮੇਰੇ ਹਿਸਾਬ ਨਾਲ ਜਿਹੜੀ ਮਾਨਯੋਗ ਕੋਰਟਸ ਹੈਗੀਆਂ, ਉਹ ਮਾਨਯੋਗ ਕੋਰਟਸ ਹੈਗੀ ਅੱਜ ਵੀ, ਪਹਿਲਾਂ ਵੀ ਸੀਗੀਆਂ, ਲੇਕਿਨ ਉਹਦੀ ਸੀਟ ਤੇ ਕੌਣ ਬੈਠਾ ਉਹ ਮੈਟਰ ਕਰਦਾ ਹੈ ਜੀ। ਲੋਕਾਂ ਨੂੰ ਡਿਲੀਵਰ ਕੀ ਕਰਦਾ, ਜਸਟਿਸ ਕਰਦਾ, ਉਹ ਮੈਟਰ ਕਰਦਾ। ਅਗਰ ਇੱਕ ਬੰਦੇ ਕਰਕੇ, ਦੋ ਬੰਦੇ ਕਰਕੇ ਸਾਰੀ ਜੁਡੀਸ਼ਰੀ ਬਲੇਮ ਹੁੰਦੀ ਹੈ ਨਾ ਜੀ, ਤਾਂ ਉਹ ਵੱਡਾ ਕ੍ਰਾਈਮ ਹੈਗਾ ਉਸ ਜੁਡੀਸ਼ਰੀ ਤੇ ਬੰਦੇ ਤੇ, ਕਿ ਉਸ ਕਰਕੇ ਇਹਨੂੰ ਬਲੇਮ ਕੀਤਾ ਜਾ ਰਿਹਾ। ਤੁਸੀਂ ਗੱਲ ਕੀਤੀ ਹੈ ਕਿ ਸਾਡੇ ਵਰਗੇ ਜਿਹੜੇ ਛੋਟੇ ਚੈਨਲ ਹੈਗੇ ਆ ਕਿਸਾਨੀ ਅੰਦੋਲਨ ਦੇ ਵਿੱਚੋਂ ਉੱਠੇ ਹੋਏ, ਹਾਂਜੀ, ਇਹਨਾਂ ਦੀ ਆਵਾਜ਼ ਨੂੰ ਵੀ ਦਬਾਉਣ ਦੀ ਬਹੁਤ ਤਰ੍ਹਾਂ ਦੀ ਕੋਸ਼ਿਸ਼ ਕੀਤੀ ਜਾ ਰਹੀ ਆ। ਭਾਵੇਂ ਅਸੀਂ ਵੀ ਕਹਿ ਲਈਏ ਕਿ ਪੰਜਾਬੀ ਖੂਨ ਹੈਗਾ ਆ, ਤੱਤਾ ਕਹਿ ਲਈਏ ਹੈਗਾ ਆ, ਤੇ ਉਹ ਚੀਜ਼ ਜਿਹੜੀ ਬਾਕੀ ਦੇ ਨਾਲ ਕਹਿਣ ਦੀ ਜਾਂ ਲੋਕਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰੀ ਰਹੀ ਆ। ਬਟ ਜੇ ਜਿਹੜੇ ਛੋਟੇ ਚੈਨਲਸ ਹੈਗੇ ਆ, ਜੇ ਉਹ ਅੱਗੇ ਆਉਂਦੇ ਆ, ਤੇ ਜੇ ਕਿ ਆਪਾਂ ਗੱਲ ਕਰੀਏ ਕਿ ਸੇਖੋਂ ਸਾਹਿਬ ਜਿਹੜੇ ਆਫਿਸਰਸ ਹੈਗੇ ਆ, ਇਹਨਾਂ ਦੀ ਆਵਾਜ਼ ਨੂੰ ਦਬਾ ਸਕਦੇ ਆ, ਤੇ ਛੋਟੇ ਚੈਨਲਸ ਦੀ ਆਵਾਜ਼ ਤਾਂ ਅਸੀਂ ਤਾਂ ਕੁਝ ਵੀ ਨਹੀਂ ਹੈਗੇ। ਮੈਂ ਥੋੜਾ ਜਿਹਾ ਇੱਥੇ ਡਿਫਰੈਂਟ ਵਿਊ ਹੈ। ਸੇਖੋਂ ਸਾਹਿਬ ਦੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕਰੀ ਗਈ ਹੈ, ਅਜੇ ਕਾਮਯਾਬੀ ਨਹੀਂ ਮਿਲੇਗੀ ਉਹਨਾਂ ਨੂੰ, ਕਿਉਂਕਿ ਪੰਜਾਬ ਉੱਠ ਖੜਾ ਹੋਇਆ ਜੀ। ਜਿੱਦਾਂ ਕਿਸਾਨ ਮੋਰਚੇ ਦੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਗਈ, ਪਰ ਜਦੋਂ ਉਹ ਉੱਠ ਕੇ ਸੜਕਾਂ ਤੇ ਆ ਗਿਆ, ਫਿਰ ਦੇਖੋ ਤੁਸੀਂ ਕੀ ਹੋਇਆ। ਇਹ ਰਿਜ਼ਲਟ ਤਾਂ ਇਹੀ ਹੋਣਗੇ ਜੀ। ਸੇਖੋਂ ਸਾਹਿਬ ਦੀ ਆਵਾਜ਼ ਦਬਾਈ ਤਾਂ ਨਹੀਂ ਜਾ ਸਕਦੀ, ਮੇਰੇ ਹਿਸਾਬ ਨਾਲ ਦਬਾਈ ਨਹੀਂ ਜਾ ਸਕਦੀ, ਕਿਉਂਕਿ ਉਹਦੇ ਪਿੱਛੇ ਬਹੁਤ ਵੱਡੇ ਥਿੰਕ ਟੈਂਕ ਹੈਗੇ ਆ, ਬਹੁਤ ਵੱਡੇ ਪ੍ਰੋਫੈਸ਼ਨਲਸ ਹੈਗੇ ਆ, ਜਿਹੜੇ ਇਹ ਸਮਝ ਰਹੇ ਕਿ ਇਕੱਲੀ ਜੰਗ ਸੇਖੋਂ ਸਾਹਿਬ ਦੀ ਨਹੀਂ ਹੈ, ਇਹ ਪੂਰੇ ਪੰਜਾਬ ਦੀ ਹੈਗੀ ਹੈ। ਜਦੋਂ ਪੂਰੇ ਪੰਜਾਬ ਦੇ ਨਾਲ ਸੰਬੰਧਿਤ ਹੈ ਨਾ ਜੀ ਕੋਈ ਚੀਜ਼, ਉਹ ਕੋਈ ਵੀ ਲੀਡ ਲੈ ਸਕਦਾ। ਸੇਖੋਂ ਸਾਹਿਬ ਨੇ ਅੱਜ ਤੱਕ ਕਿਸੇ ਨੂੰ ਨਹੀਂ ਕਿਹਾ ਕਿ ਜੀ ਮੈਨੂੰ ਡਿਸਮਿਸ ਕਰਤਾ, ਮੇਰੇ ਨਾਲ ਚੱਲੋ, ਮੈਂ ਪ੍ਰੋਟੈਸਟ ਕਰਨਾ ਚਾਹੁੰਦਾ। ਉਹਨੇ ਆਪਣੇ ਸੈਲਫਿਸ਼ ਵਾਸਤੇ ਕਦੇ ਕਿਸੇ ਨੂੰ ਕਾਲ ਨਹੀਂ ਕੀਤਾ। ਉਹ ਜਿਹੜਾ ਜੋ ਪ੍ਰੋਸੀਜਰ ਹੈਗਾ ਕੋਰਟ ਦਾ, ਉਹਨਾਂ ਨੇ ਆਪਣਾ ਪਟੀਸ਼ਨ ਕੀਤੀ ਵੀ ਹੈ। ਪਰ ਜਿਹੜਾ ਪੰਜਾਬ ਦਾ ਮੁੱਦਾ, ਉਹਦੇ ਵਾਸਤੇ ਲੋਕਾਂ ਨੂੰ ਉਹਨੇ ਆਵਾਜ਼ ਮਾਰੀ ਹੈ ਕਿ ਉਹਨੇ, ਲੋਕਾਂ ਨੇ ਪੁੱਛਿਆ ਵੀ ਹੈ ਨੂੰ, ਕਈ ਮੀਡੀਆ ਤੇ ਮੈਂ ਦੇਖ ਰਿਹਾ, ਕਈ ਸੋਸ਼ਲ ਮੀਡੀਆ ਤੇ, ਕਿ ਸੇਖੋਂ ਸਾਹਿਬ ਅਗਲਾ ਹੁਕਮ ਕੀ ਹੈਗਾ। ਕਹਿੰਦਾ ਹੁਕਮ ਕੀ ਹੈ, ਮੈਂ ਆਪਣਾ ਨਾਰਾ ਮਾਰਦਾ, ਤੁਸੀਂ ਸੰਭੋ, ਹੁਣ ਮੈਂ ਤਾਂ ਅੰਦਰ ਹੈਗਾ। ਮੈਂ ਆਪਣੀ ਬੇਟੀ ਸੀ, ਮੇਰੇ ਕੋਲ ਜਿਹੜਾ ਸਰਮਾਇਆ, ਮੇਰਾ ਬੇਟੀ, ਬੇਟਾ ਤੇ ਮੇਰੀ ਘਰ ਵਾਲੀ ਹੈ, ਉਹ ਮੈਂ ਲਾਈਨ 'ਚ ਖੜੇ ਕਰਤੇ ਇੱਕ ਤੋਂ ਬਾਅਦ ਇੱਕ, ਤੇ ਮੇਰੇ ਕੋਲ ਤਾਂ ਇਹ ਸਰਮਾਇਆ ਹੈਗਾ, ਤੇ ਮੈਂ ਲਾਈਨ ਅਪ ਕਰਤਾ ਪੰਜਾਬ ਦੇ ਖਾਤਰ। ਹੁਣ ਪੰਜਾਬ ਨੇ ਦੇਖਣਾ ਜੀ, ਪੰਜਾਬ ਦੇ ਯੂਥ ਨੇ ਦੇਖਣਾ ਹੈ, ਪੰਜਾਬ ਦੇ ਜਿਹੜੇ ਅੱਛੇ ਡਿਸਿਪਲਿਨਡ ਬੰਦੇ ਆ ਉਹਨਾਂ ਨੇ ਦੇਖਣਾ ਕਿ ਪੰਜਾਬ ਨੂੰ ਕਿੱਦਾਂ ਇਹਦੀ ਆਵਾਜ਼ ਨੂੰ ਬੁਲੰਦ ਕੀਤਾ ਜਾਵੇ। ਇਹ ਚੀਜ਼ ਹੈਗੀ ਆ। ਤੇ ਇਹਦਾ ਮਤਲਬ ਹੈਗਾ ਕਿ ਤੁਹਾਨੂੰ ਉਮੀਦ ਹੈਗੀ ਆ ਕਿ ਜਿਹੜਾ ਸਿਸਟਮ ਜਿਹੜਾ ਹੈਗਾ ਆਪਣਾ ਮਜਬੂਰ ਹੋਊਗਾ ਇਹ ਸਾਰਾ ਕੁਝ ਚੇਂਜ ਕਰਨ ਤੇ। ਬਿਲਕੁਲ ਬਿਲਕੁਲ ਹਰ ਬੰਦਾ ਕੰਸਰਨਡ ਹੈ। ਹੁਣ ਜਿਹੜਾ ਯੂਥ ਬਾਹਰ ਮਾਈਗ੍ਰੇਟ ਹੋ ਰਿਹਾ, ਉਹਦਾ ਇੱਕ ਰੀਜ਼ਨ ਹੈ ਜੀ ਇਹ ਸਾਰਾ। ਜਦੋਂ ਆਪਾਂ ਕਹਿੰਦੇ ਨਾ ਵੀ ਇਹ ਪਾਈਲ ਅਪ ਹੋ ਗਏ, ਇੱਕ ਰਿਐਕਸ਼ਨ ਹੋ ਰਿਹਾ, ਉਹ ਰਿਐਕਸ਼ਨ 'ਚ ਜਾ ਰਹੇ ਆ ਬੰਦੇ ਕਿ ਇੱਥੇ ਦਾ ਨਾ ਤਾਂ ਜੌਬ ਹੈਗੀ ਹੈ, ਨਾ ਸਿਕਿਉਰਿਟੀ ਹੈਗੀ ਹੈ, ਨਾ ਉਹਨਾਂ ਦੇ ਸੈਲਫ ਸਿਕਿਉਰਿਟੀ ਵੀ ਨਹੀਂ ਹੈ, ਜੌਬ ਸਿਕਿਉਰਿਟੀ ਵੀ ਨਹੀਂ ਹੈਗੀ। ਤੇ ਜਦੋਂ ਬੰਦਾ ਕਹੇ ਵੀ ਮੇਰਾ ਇੱਥੇ ਅਸੀਂ ਸੇਫ ਨਹੀਂ ਹੈਗੇ, ਉਹ ਮਾਈਗ੍ਰੇਟ ਕਰ ਰਹੇ ਆ। ਹੁਣ ਉਹਦੇ ਨਾਲ ਨੁਕਸਾਨ ਕੀ ਹੋ ਰਿਹਾ, ਸਾਡਾ ਜਿਹੜਾ ਬ੍ਰੇਨ ਡਰੇਨ ਹੋ ਰਿਹਾ ਜੀ, ਯੂਥ ਬਾਹਰ ਜਾ ਰਿਹਾ, ਸਾਡਾ ਕੰਟਰੀ ਦਾ ਪੈਸਾ ਵੀ ਬਾਹਰ ਜਾ ਰਿਹਾ। ਕੱਲਾ ਬੰਦਾ 25-30 ਲੱਖ ਰੁਪਏ ਲਾ ਕੇ ਜਾਂਦਾ, ਸਾਡਾ ਮਨੀ ਵੀ ਡਰੇਨ ਹੋ ਰਿਹਾ। ਤੇ ਇਹ ਇੱਕ ਨੈਸ਼ਨਲ ਕੰਸਰਨ ਹੈਗਾ, ਇਹ ਇਕੱਲਾ ਪੰਜਾਬ ਦੇ ਨਾਲ ਸੰਬੰਧਿਤ ਨਹੀਂ ਰਿਹਾ।
ਨਸ਼ਾ ਜਿਹੜਾ ਹੈਗਾ ਉਹ ਗੁਜਰਾਤ ਬਾਰਡਰ ਤੋਂ ਵੀ ਆਉਂਦਾ ਜੀ। ਸਾਡੀ ਜਿਹੜੀ ਸਟੇਟ ਹੈਗੀ ਪੰਜਾਬ, ਇਹ ਇੱਕ ਬਾਰਡਰ ਸਟੇਟ ਹੈਗੀ ਹੈ। ਇਸ ਨੂੰ ਮੇਰੇ ਹਿਸਾਬ ਨਾਲ ਸਰਕਾਰ ਨੂੰ, ਸੈਂਟਰਲ ਗਵਰਨਮੈਂਟ ਨੂੰ ਇਹਦੀ ਐਕਸਟਰਾ ਫੰਡਿੰਗ ਚਾਹੀਦੀ ਹੈ ਇਹਨੂੰ ਦੇਣ ਵਾਸਤੇ, ਤਾਂ ਕਿ ਉਹ ਜਿਹੜੀ ਸਾਡੀ ਪੁਲਿਸ ਹੈਗੀ ਹੈ ਉਹ ਹੋਰ ਵਧੀਆ ਤਰੀਕੇ ਨਾਲ, ਕਾਰਗਰ ਤਰੀਕੇ ਨਾਲ ਕੰਮ ਕਰ ਸਕੇ ਬਾਰਡਰ ਏਰੀਆ ਦੇ। ਕਿਉਂਕਿ ਅਲਟੀਮੇਟਲੀ ਪੰਜਾਬੀ ਇਫੈਕਟ ਹੋ ਰਿਹਾ ਇਮੀਡੀਏਟਲੀ, ਉਸ ਤੋਂ ਬਾਅਦ ਕੰਟਰੀ ਇਫੈਕਟ ਹੁੰਦਾ ਹੈ, ਪਰ ਪਹਿਲਾਂ ਪੰਜਾਬੀ ਇਫੈਕਟ ਹੋ ਰਿਹਾ ਜਿੱਥੇ ਅੱਗ ਲੱਗੀ ਹੋਈ ਹੈ। ਇਹ ਬਹੁਤ ਹੀ ਸੰਗੀਨ ਤੇ ਗੰਭੀਰ ਮੁੱਦਾ ਹੈਗਾ ਜੀ, ਔਰ ਸੇਖੋਂ ਸਾਹਿਬ ਨੇ ਇਹ ਟ੍ਰਿਗਰ ਤਾਂ ਕੀਤਾ ਹੈ। ਉਸ ਤੋਂ ਅੱਗੇ ਕੀ ਹੁੰਦਾ ਹੈ ਉਹ ਅਗਲਾ ਪਤਾ ਨਹੀਂ ਉਹ ਕਿਸ ਡਾਇਰੈਕਸ਼ਨ ਜਾਂਦਾ ਹੈ, ਪਰ ਇਸ ਟਾਈਮ ਪੰਜਾਬੀ ਜਿਹੜਾ ਯੂਥ ਹੈ, ਈਵਨ ਜਿਹੜਾ ਸਾਡੇ ਜਿਹੜਾ ਪੜੋਸੀ ਸਾਡੇ ਰਾਜ ਹੈਗੇ, ਉਹਨਾਂ 'ਚ ਵੀ ਅਵੇਅਰਨੈਸ ਆ ਗਈ ਕਿ ਸਾਡੇ ਨਾਲ ਕੀ ਹੋ ਰਿਹਾ, ਸਮਝ ਗਏ ਲੋਕੀ ਜੀ। ਔਰ ਸੋਸ਼ਲ ਮੀਡੀਆ ਦਾ ਬਹੁਤ ਵੱਡਾ ਰੋਲ ਹੈ। ਤੇ ਜਾਣ ਤੋਂ ਪਹਿਲਾਂ ਜਗਜੀਤ ਜੀ ਮੈਂ ਇਹ ਪੁੱਛਣਾ ਚਾਹਨੀ ਹਾਂ, ਅਗਰ ਜੇਕਰ ਤੁਸੀਂ ਕੋਈ ਸਾਡੀ ਨੌਜਵਾਨੀ ਨੂੰ, ਮੈਂ ਤਾਂ ਕਹੂੰਗੀ, ਕੋਈ ਮੈਸੇਜ ਦੇਣਾ ਚਾਹੋਗੇ ਤਾਂ? ਜਿਹੜਾ ਯੂਥ ਵਾਸਤੇ ਇਹ ਮੈਸੇਜ ਆ ਰਿਹਾ ਹੈ ਕਿ ਜੀ ਸੇਖੋਂ ਸਾਹਿਬ ਦੇ ਐਕਸ਼ਨ ਰਿਐਕਸ਼ਨ 'ਚੋਂ ਵੀ ਮੈਸੇਜ ਆ ਰਿਹਾ ਕਿ ਪੰਜਾਬੀਓ ਜਾਗ ਜੋ, ਹੱਕਾਂ ਦੀ ਲੜਾਈ ਵਾਸਤੇ ਕੋਈ ਗੁਨਾਹ ਨਹੀਂ ਹੁੰਦਾ, ਹੱਕ ਮੰਗਣੇ ਗੁਨਾਹ ਨਹੀਂ ਹੁੰਦਾ, ਹੱਕਾਂ ਦੀ ਗੱਲ ਕਰਨਾ ਗੁਨਾਹ ਨਹੀਂ ਹੁੰਦਾ, ਲੇਕਿਨ ਕਾਨੂੰਨ ਦੇ ਦਾਇਰੇ ਦੇ ਵਿੱਚ ਰਹਿ ਕੇ ਆਪਾਂ ਕਰੀਏ, ਆਪਾਂ ਕਾਨੂੰਨ ਤੋਂ ਬਾਹਰ ਨਾ ਜਾਈਏ, ਕਿਉਂਕਿ ਕਾਨੂੰਨ ਵੀ ਸਾਡਾ ਕਨਸਟੀਟਿਊਸ਼ਨ ਹੈਗਾ। ਤੇ ਸੇਖੋਂ ਸਾਹਿਬ ਵੀ ਕਹਿੰਦੇ ਆ, ਸੇਖੋਂ ਸਾਹਿਬ ਕਾਨੂੰਨ ਤੋਂ ਖਿਲਾਫ ਨਹੀਂ ਹੈਗੇ, ਉਹ ਇੱਕ ਡਿਸਿਪਲਿਨਡ ਫੋਰਸ ਦੇ ਵਿੱਚ ਵੀ ਰਹੇ ਹੈ। ਜੇ ਉਹਨਾਂ ਮੰਨ ਲਓ ਜੇ ਉਹਨਾਂ ਦੇ ਮੰਤਰੀ ਨਾਲ ਬਹਿਸ ਹੋਈ, ਅਗਰ ਕੋਰਟ ਦੇ ਆਰਡਰ ਨਾ ਹੁੰਦੇ ਉਹਨਾਂ ਨੇ ਹੁਕਮ ਮੰਨ ਲੈਣਾ ਸੀ ਮੰਤਰੀ ਦਾ, ਲੇਕਿਨ ਕੋਰਟ ਦੇ ਆਰਡਰ ਸੀਗੇ ਤੇ ਉਹ ਡਿਸਿਪਲਿਨ ਦੀ ਵਜ੍ਹਾ ਕਰਕੇ ਕੋਰਟ ਦੇ ਆਰਡਰ ਦੀ ਉਹਨੇ ਪਾਲਣਾ ਕੀਤੀ ਹੈ ਨਾ ਜੀ। ਤੇ ਆਪਾਂ ਇਹ ਨਹੀਂ ਕਹਿ ਸਕਦੇ ਕਿ ਉਹ ਕੋਰਟ ਦੇ ਆਰਡਰ ਦੀ ਪਾਲਣਾ ਨਹੀਂ ਕਰਦੇ, ਉਹ ਰਾਦਰ ਹੀ ਇਜ਼ ਮੋਰ ਅਗਰੈਸਿਵ ਕਿ ਮੈਂ ਇਹਨੂੰ ਪ੍ਰੋਪਰ ਫੋਲੋ ਕਰਾਂ। ਮੈਂ ਇਹ ਨਾ ਕਹਾਂ ਜੀ ਹਾਂ ਜੀ ਪੋਲੀਟੀਸ਼ੀਅਨ ਇੱਦਾਂ ਹੀ ਦਬਾਉਂਦੇ ਆ ਤੇ ਮੈਂ ਦਬ ਕੇ ਬੈਠ ਜਾ। ਤੇ ਮੇਰਾ ਤਾਂ ਮੈਸੇਜ ਹੈ ਕਿ ਲੋਕਾਂ ਨੂੰ ਪੰਜਾਬੀਓ ਜਾਗ ਜੋ, ਪੰਜਾਬ ਇੱਕ ਬਾਰਡਰ ਸਟੇਟ ਹੈਗੀ ਆ, ਪੰਜਾਬ ਇੱਕ ਬਹੁਤ ਵੱਡਾ ਸਰਮਾਇਆ ਹੈਗਾ, ਔਰ ਸਾਡੇ ਹਿੰਦੁਸਤਾਨ ਦਾ ਇੱਕ ਬਹੁਤ ਵਧੀਆ ਪਾਰਟ ਹੈਗਾ। ਜੇ ਇਹ ਇਫੈਕਟ ਹੁੰਦਾ ਤਾਂ ਪੂਰਾ ਹਿੰਦੁਸਤਾਨ ਇਫੈਕਟ ਹੁੰਦਾ, ਇਹ ਧਿਆਨ ਰੱਖਿਓ। ਬਾਕੀ ਬਾਹਰ ਭੱਜਣ ਦੀ ਜ਼ਿਆਦਾ ਜ਼ਰੂਰਤ ਨਹੀਂ ਹੈਗੀ, ਬਾਹਰੋਂ ਵਾਪਸ ਆਉਣ ਦੀ ਜ਼ਰੂਰਤ ਹੈ। ਜਿੱਦਾਂ ਵੀ ਜਿਸ ਤੁਸੀਂ ਫੀਲਡ ਦੇ ਵਿੱਚ ਹੈਗੇ ਉਸ ਫੀਲਡ ਤੋਂ ਸਪੋਰਟ ਕਰੋ, ਡਿਸਿਪਲਿਨ ਦੇ ਵਿੱਚ ਰਹਿ ਕੇ। ਜਗਜੀਤ ਜੀ ਬਹੁਤ ਬਹੁਤ ਧੰਨਵਾਦ ਤੇ ਥੈਂਕ ਯੂ ਸੋ ਮਚ। ਸਤਿ ਸ਼੍ਰੀ ਅਕਾਲ ਜੀ, ਥੈਂਕ ਯੂ। ਤੇ ਦੋਸਤੋ, ਉਮੀਦ ਕਰਦੀ ਹਾਂ ਅੱਜ ਦਾ ਐਪੀਸੋਡ ਜਿਹੜਾ ਪਸੰਦ ਆਇਆ ਹੋਊਗਾ ਮੁੱਦੇ ਪੰਜਾਬ ਦੇ। ਤੇ ਮੁੱਦੇ ਪੰਜਾਬ ਦੇ ਵਿੱਚ ਜੋ ਅੱਜ ਅਸੀਂ ਡਿਸਕਸ਼ਨ ਕੀਤੀ ਆ ਸੇਖੋਂ ਸਾਹਿਬ ਦੀ ਅਰੈਸਟ ਨੂੰ ਲੈ ਕੇ, ਬਹੁਤ ਗੱਲਾਂ ਜਿਹੜੀਆਂ ਸੀਗੀਆਂ ਕਲੀਅਰ ਕਰਨ ਵਾਲੀਆਂ, ਤਾਂ ਉਮੀਦ ਕਰਦੀ ਹਾਂ ਤੁਹਾਨੂੰ ਵੀ ਇਹ ਬਹੁਤ ਹੀ ਵਧੀਆ ਲੱਗਾ ਹੋਊਗਾ। ਤੇ ਅਗਰ ਤੁਸੀਂ ਵੀ ਇਸ ਮੁੱਦੇ ਦੇ ਉੱਤੇ ਕੁਝ ਯੋਗਦਾਨ ਪਾਉਣਾ ਚਾਹੋਗੇ ਤੇ ਕਮੈਂਟ ਕਰਕੇ ਜ਼ਰੂਰ ਸਾਨੂੰ ਦੱਸਣਾ। ਇੱਦਾਂ ਦੇ ਹੋਰ ਵੀ ਪ੍ਰੋਗਰਾਮ ਦੇਖਣ ਵਾਸਤੇ ਦੇਖਦੇ ਰਹਿਣਾ ਪਬਲਿਕ ਗਾਰਡੀਅਨ। ਮੈਨੂੰ ਦੇਵੋ ਇਜਾਜ਼ਤ, ਸਤਿ ਸ਼੍ਰੀ ਅਕਾਲ।